ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਤੁਸੀਂ ਗੱਲਾਂ ਕਰ ਰਹੇ ਹੋ, ਅੱਜ ਵੀ ਤੁਹਾਡਾ ਜਿਹੜਾ ਕੈਂਪੇਨ ਸੀਗਾ, ਜਿਸ ਤਰੀਕੇ ਨਾਲ ਤੁਸੀਂ ਪ੍ਰੋਟੈਸਟ ਕੀਤਾ, ਕੀ ਤੁਹਾਨੂੰ ਲੱਗ ਰਿਹਾ ਕਿ ਵੀ ਕਿਸੇ ਟਾਈਪ ਦਾ ਐਕਸ਼ਨ ਬਿਕਰਮ ਮਜੀਠੀਆ ਜਾਂ ਤੁਹਾਡੇ ਅਗੇਂਸਟ ਕੀਤਾ ਜਾ ਸਕਦਾ ਹੈ, ਜਿਸ ਕਰਕੇ ਤੁਸੀਂ ਇਸ ਟਾਈਪ ਦੇ ਪ੍ਰੋਟੈਸਟ ਕਰ ਰਹੇ ਹੋ? ਕੀ ਤੁਸੀਂ ਕੋਈ ਐਂਟੀਸਿਪੇਟ ਕਰ ਰਹੇ ਹੋ ਕਿ ਕੁਝ ਹੋ ਸਕਦਾ? ਕਿਉਂਕਿ ਇਹ ਗੱਲਾਂ ਕਾਫੀ ਟਾਈਮ ਤੋਂ ਚੱਲ ਰਹੀਆਂ ਕਿ ਅਸੀਂ ਐਕਸ਼ਨ ਕਰਾਂਗੇ, ਅਸੀਂ ਕਾਰਵਾਈ ਲਵਾਂਗੇ, ਅਸੀਂ ਅਰੈਸਟ ਕਰ ਲਾਂਗੇ। ਤੁਹਾਨੂੰ ਇੱਦਾਂ ਦਾ ਕੋਈ ਇਨਫੋਰਮੇਸ਼ਨ ਹੈ, ਤੁਹਾਨੂੰ ਲੱਗਦਾ? ਮੈਨੂੰ ਕੋਈ ਐਕਸ਼ਨ ਤੇ ਕੋਈ ਡਰ ਨਹੀਂ ਸਾਨੂੰ, ਨਾ ਮੇਰੇ ਤੇ ਨਾ ਬਿਕਰਮ ਤੇ। ਅੱਜ ਜਿਹੜੀ ਇਸ਼ੂ ਸੀ, ਪਿਛਲੇ ਕਈ ਦਿਨਾਂ ਤੋਂ ਚੀਫ ਮਿਨਿਸਟਰ ਤੇ ਸੁਖੀ ਰੰਧਾਵਾ ਹੋਮ ਮਿਨਿਸਟਰ ਨੇ ਬਹਿ ਕੇ ਤੇ ਡੀਜੀ ਨੂੰ ਇੰਸਟਰਕਸ਼ਨ ਦਿੱਤੀਆਂ ਹੈ, ਹਲਕਾ ਵਾਈਜ਼ ਸਾਡੇ ਵਰਕਰਾਂ ਦੀ ਲਿਸਟ ਬਣਾ ਕੇ ਜਿਹੜੇ ਮੇਨ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਕੇਸ 'ਚ ਉਲਝਾਓ, ਫਾਲਸ ਕੇਸ ਬਣਾਓ। ਮੈਨੂੰ ਫਿਰੋਜ਼ਪੁਰ ਤੋਂ ਟੈਲੀਫੋਨ ਆਇਆ, ਫਾਲਸ ਕੇਸ ਬਣਾਤੇ 4-5 ਵਰਕਰਾਂ ਦੇ, ਤੇ ਫਿਰ ਮੈਨੂੰ ਉੱਥੋਂ ਆਇਆ, ਗੁਰਦਾਸਪੁਰ ਤੋਂ ਆਇਆ, ਉੱਥੋਂ ਹੀ ਟੈਲੀਫੋਨ ਫਾਲਸ ਕੇਸ ਬਣਾਤੇ। ਇਹਨਾਂ ਦੀ ਸਟ੍ਰੈਟਜੀ ਹੈ ਕਿ ਹੁਣ ਜਿਹੜਾ ਲਾਸਟ ਮੰਥ ਹੈ ਕਿ ਸ਼ਾਇਦ ਅਸੀਂ ਡਰਾ ਕੇ ਲੋਕਾਂ ਨੂੰ ਜਾਂ ਭੰਬਲ ਪੂਸਾ ਪਾ ਕੇ ਕਰਾਂਗੇ, ਤੇ ਉਹਦੇ ਬਾਅਦ ਇਹਨਾਂ ਨੇ ਇੱਕ ਆ ਵੀ ਪਲਾਨ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ 10 ਦਿਨ ਪਹਿਲੇ ਚੀਫ ਮਿਨਿਸਟਰ, ਹੋਮ ਮਿਨਿਸਟਰ, ਏਜੀ ਤੇ ਡੀਜੀਪੀ ਤੇ SIT ਦੀ ਮੀਟਿੰਗ ਸੱਦੀ ਗਈ ਗਵਰਨਰ ਹਾਊਸ ਦੇ ਨਾਲ ਦਾ ਗੈਸਟ ਹਾਊਸ ਦੇ ਵਿੱਚ, ਜਿੱਥੇ ਪਲਾਨ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੇਅਦਬੀ ਕੇਸ ਵਿੱਚ ਗਵਾਹ ਕੋਈ ਬੰਦਾ ਪੇਸ਼ ਕਰੋ ਜਿਹੜਾ ਕੋਰਟ 'ਚ ਬਿਆਨ ਦੇ, ਤੇ ਉਹਨੂੰ ਉਹਦੇ ਬਾਅਦ ਆਪਾਂ ਕੇਸ ਕਰਾਂਗੇ। ਇੱਕ ਵਰਬੈਟਮ ਅਸੀਂ ਜੋ ਕਿੰਨੇ ਵਜੇ ਮੀਟਿੰਗ ਹੋਈ ਸੀ, ਕੌਣ ਸੀ, ਸਾਰੀ ਚੀਜ਼ਾਂ ਅਸੀਂ ਮੀਡੀਆ ਦੇ ਸਾਹਮਣੇ ਲਿਆਂਦੀਆਂ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ? ਅਸੀਂ ਅਰੈਸਟ ਕਰਾਂਗੇ ਇਹਨਾਂ ਨੂੰ। ਉਹਦੇ ਬਾਅਦ ਕੇਸ ਰਜਿਸਟਰ ਕਰੋ, ਸੁਖਬੀਰ ਬਾਦਲ ਨੂੰ ਫੜੋ। ਕਲੀਅਰ ਇੰਸਟਰਕਸ਼ਨਸ। ਪਹਿਲੀ ਗੱਲ ਹੈ, SIT ਚੀਫ ਮਿਨਿਸਟਰ ਬੁਲਾ ਹੀ ਨਹੀਂ ਸਕਦਾ, ਕੋਰਟ ਨੇ ਬਣਾਈ ਹੈ SIT। ਕੋਰਟ ਨੇ ਪਿਛਲੀ ਜਦੋਂ ਪੁਰਾਣੀ ਜਿਹੜੀ SIT ਸੀ ਕੰਵਰ ਵਿਜੇ ਪ੍ਰਤਾਪ ਦੀ, ਸਾਰੇ ਰੱਦ ਕੀਤੀ। ਕਿਉਂ ਰੱਦ ਕੀਤੀ? ਕਿ ਕੋਰਟ ਨੇ ਕਿਹਾ ਕਿ ਸਿਆਸਤ ਕਰ ਰਿਹਾ, ਆਪਣੇ ਪੋਲੀਟੀਕਲ ਮਾਸਟਰਸ ਦੀ ਤੇ ਕਹਿਣ ਤੇ ਚੱਲ ਰਿਹਾ, ਤੇ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਰੱਦ ਕਰਤੀ। ਉਵੇਂ ਹੀ ਉਹਨਾਂ ਨੇ ਕਿਹਾ ਸੀ ਕਿ ਆਹ ਨਵੀਂ SIT ਬਣੂਗੀ ਤੇ SIT ਕੋਈ ਪੋਲੀਟੀਸ਼ੀਅਨ, ਚੀਫ ਮਿਨਿਸਟਰ ਕਿਸੇ ਨੂੰ ਰਿਪੋਰਟ ਨਹੀਂ ਕਰੂਗੀ। ਪਰ ਉਹਨਾਂ ਨੂੰ ਬੁਲਾਇਆ ਤੇ ਜਦੋਂ ਸਾਰਾ ਐਕਸਪੋਜ਼ ਕਰ ਦਿੱਤਾ, ਫਿਰ ਅਫਸਰ ਘਬਰਾ ਗਏ ਸਾਰੇ ਕਿ ਸਾਡੇ ਐਕਸਪੋਜ਼ ਹੋ ਗਏ। ਹੁਣ ਫਿਰ ਤੋਂ ਮੀਟਿੰਗ ਹੋਈ ਹੈ ਜਿੱਥੇ DGP ਨੇ, ਹੋਮ ਮਿਨਿਸਟਰ ਨੇ, ਚੀਫ ਮਿਨਿਸਟਰ ਤੇ ਨਵਜੋਤ ਸਿੱਧੂ ਇਕੱਠੇ ਬਹਿ ਕੇ ਕਿ ਹੁਣ ਬਿਕਰਮ ਮਜੀਠੀਆ, ਸੁਖਬੀਰ ਬਾਦਲ ਤਾਂ ਹੁਣ ਅਸੀਂ ਕੋਈ ਕਰ ਨਹੀਂ ਸਕਦੇ, ਕੋਈ ਸਾਰਾ ਆਪਣੇ ਪਲਾਨ ਹੀ ਐਕਸਪੋਜ਼ ਹੋ ਗਿਆ, ਤੇ ਹੁਣ ਬਿਕਰਮ ਮਜੀਠੀਆ ਤੇ ਕਰੋ। ਸੋ ਜਿਹੜਾ ਤੁਸੀਂ ਝੂਠਾ, ਅਸੀਂ ਕੋਰ ਕਮੇਟੀ ਨੇ ਅਸੀਂ ਫੈਸਲਾ ਕੀਤਾ, ਅਸੀਂ ਸਾਰੇ ਹੋਣੇ ਆ, ਸਾਰਿਆਂ ਤੇ ਕਰ ਦਿਓ। ਜੇ ਤੁਸੀਂ ਸਾਡੇ ਵਰਕਰਾਂ ਦੇ ਝੂਠਾ ਪੇਸ ਬਣਾ ਰਹੇ ਹੋ, ਜੇ ਸਾਰੇ ਵੱਡੇ ਲੀਡਰਾਂ ਤੇ ਕਰਾ ਰਹੇ ਹੋ, ਤੇ ਅਸੀਂ ਕਿਹਾ ਸਾਰਾ ਅਕਾਲੀ ਦਲ ਤਿਆਰ ਹੈ ਕੇਸ ਰਜਿਸਟਰ ਕਰਨ ਤੇ। ਅਸੀਂ ਅੱਜ ਅਸੀਂ ਚੀਫ ਮਿਨਿਸਟਰ ਰੈਜ਼ੀਡੈਂਸ ਗਏ ਸੀ, ਕਰੋ ਜਿਨ੍ਹਾਂ ਦੇ ਕਰਨਾ ਹੈ। ਸ਼੍ਰੋਮਣੀ ਅਕਾਲੀ ਦਲ ਨਾ ਕੇਸਾਂ ਤੇ ਡਰੇ, ਨਾ ਸਾਨੂੰ ਕੋਈ ਜੇਲ੍ਹ ਜਾਣ ਤੇ ਡਰ ਹੈ। ਅਸੀਂ ਇਹਨਾਂ ਦਾ ਝੂਠ ਸਾਹਮਣੇ ਲਗਾਉਣਾ ਹੈ। 5 ਸਾਲ ਇਹਨਾਂ ਨੇ ਡੱਕਾ ਤੋੜਿਆ ਨਹੀਂ, ਕੰਮ ਕੀਤਾ ਨਹੀਂ। 5 ਸਾਲ ਬੇਅਦਬੀ ਤੇ ਡਰੱਗਸ ਮਾਮਲੇ ਤੇ ਕੱਲੀ ਸਿਆਸਤ ਕੀਤੀ ਹੈ, ਦੋਸ਼ੀਆਂ ਨੂੰ ਫੜਿਆ ਨਹੀਂ। ਹੁਣ ਆਪਣੀਆਂ ਕਮਜ਼ੋਰੀਆਂ ਲੁਕਾਉਣ ਵਾਸਤੇ ਹੁਣ ਉਹੀ ਪੁਰਾਣੀ ਚੀਜ਼ ਨੂੰ ਵਾਪਸ ਲਿਆ ਕੇ ਤੇ ਕਰ ਲਿਆ। ਸੁਖਬੀਰ ਜੀ, ਕਾਫੀ ਟਾਈਮ ਤੋਂ ਇਹ ਤੁਸੀਂ ਕਹਿ ਰਹੇ ਹੋ ਕਿ ਵੀ ਫਾਲਸ ਕੇਸਿਸ ਰਜਿਸਟਰ ਹੋ ਰਹੇ ਆ, ਤੁਹਾਡੇ ਪਾਰਟੀ ਵਰਕਰਸ ਦੇ ਅਗੇਂਸਟ ਕੇਸਿਸ ਰਜਿਸਟਰ ਹੁੰਦੇ ਆ, ਪਰ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਕਿ ਇਸ ਟਾਈਪ ਦੀ ਮੀਟਿੰਗ ਹੋਈ ਹੈ, ਜਿਸ ਮੀਟਿੰਗ ਦੇ ਅੰਦਰ ਇਨੇ ਵੇ ਇੱਕ ਪਲਾਨ ਰਚੀ ਗਈ ਹੈ, ਤੁਸੀਂ ਕਹਿ ਰਹੇ ਹੋ, ਜਿਹਦੇ ਵਿੱਚ ਇਹ ਹੈ ਕਿ ਤੁਹਾਨੂੰ ਕਿਸ ਤਰੀਕੇ ਨਾਲ ਅਰੈਸਟ ਕੀਤਾ ਜਾ ਸਕਦਾ ਹੈ। ਕਿਉਂਕਿ ਉਹ ਵਿਜ਼ੂਅਲ ਤੁਸੀਂ ਇਮੇਜਿਨ ਕਰੋ ਕਿ ਤੁਸੀਂ ਅਰੈਸਟ ਹੁੰਦੇ ਹੋ ਜਾਂ ਬਿਕਰਮ ਮਜੀਠੀਆ ਅਰੈਸਟ ਹੁੰਦੇ ਆ, ਉਹ ਵਿਜ਼ੂਅਲ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਮਨਸ਼ਾ ਜਿਹੜੀ ਗੱਲ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ। ਕਵਾਂਗੇ ਅਸੀਂ ਜੋ ਵਾਅਦਾ ਕੀਤਾ ਸੀ ਕਿ ਬਿਕਰਮ ਮਜੀਠੀਆ ਨੂੰ, ਪਿਛਲੇ 5 ਸਾਲ ਤੇ ਇੱਕੋ ਹੀ ਬਿਆਨ ਆ ਰਿਹਾ ਕਿ ਸੁਖਬੀਰ ਬਾਦਲ ਨੂੰ ਅਰੈਸਟ ਕਰਨਾ ਤੇ ਬਿਕਰਮ ਮਜੀਠੀਆ ਨੂੰ ਅਰੈਸਟ ਕਰਨਾ। ਪੰਜਾਬ ਪੁਲਿਸ ਤੁਹਾਡੀ, ਵਿਜੀਲੈਂਸ ਤੁਹਾਡੀ, ਇੱਕ ਸਬੂਤ, ਇੱਕ ਸਾਡੇ ਖਿਲਾਫ ਕੋਈ ਚੀਜ਼ ਕੱਢ ਨਹੀਂ ਸਕੇ। ਰਣਜੀਤ ਸਿੰਘ ਕਮਿਸ਼ਨ ਬਣਾਇਆ, ਇੱਕ ਲਫ਼ਜ਼ ਨਹੀਂ ਲਿਖ ਸਕਿਆ। ਆ ਜਿਹੜਾ IG ਜਿਹੜਾ ਕੁਮਰ ਵਿਜੇ ਪ੍ਰਤਾਪ ਹੈ, ਇੱਕ ਚਲਾਨ ਦੇ ਵਿੱਚ ਇੱਕ ਲਾਈਨ ਸਾਡੇ ਖਿਲਾਫ ਨਹੀਂ ਲਿਖ ਸਕਿਆ। ਹੁਣ ਇਹਨਾਂ ਨੂੰ ਪੈਨਿਕ ਆ ਗਿਆ। ਹੁਣ ਨਵਜੋਤ ਸਿੰਘ ਸਿੱਧੂ ਕੱਲ ਕੀ ਕਹਿੰਦਾ, ਸਟੇਟਮੈਂਟ ਦਿੰਦਾ ਹੈ ਕਿ ਮੈਂ ਮਰਨ ਵਰਤ ਰੱਖੂੰਗਾ ਜੇ ਬਿਕਰਮ ਮਜੀਠੀਆ ਦੇ ਖਿਲਾਫ ਕੇਸ ਨਾ ਰਜਿਸਟਰ ਕੀਤਾ ਜਾਏ। ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਕੀ ਡਾਇਰੈਕਸ਼ਨ ਦੇ ਸਕਦਾ ਸਟੇਟ ਗਵਰਨਮੈਂਟ ਨੂੰ? ਤੇ ਅੱਜ ਸੁਖੀ ਰੰਧਾਵਾ ਨੂੰ ਪ੍ਰੈਸ ਨੇ ਪੁੱਛਿਆ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਸ ਰਜਿਸਟਰ ਕਰਨਾ, ਨਹੀਂ ਤਾਂ ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਸੁਖੀ ਰੰਧਾਵਾ ਹੋਮ ਮਿਨਿਸਟਰ ਕੀ ਬਿਆਨ ਸੀ ਕਿ ਅਸੀਂ ਆਪਣੇ ਪ੍ਰਧਾਨ ਦਾ ਆਦੇਸ਼ ਮੰਨਾਂਗੇ। ਕੀ ਇੱਥੇ ਬਨਾਨਾ ਰਿਪਬਲਿਕ ਹੈ? ਕਿ ਇੱਥੇ ਕੋਈ ਤਾਲਿਬਾਨ ਰੂਲ ਹੈ ਜਿਹਨੂੰ ਮਰਜ਼ੀ ਤੁਸੀਂ ਕਹੋਗੇ ਅਸੀਂ ਅੰਦਰ ਕਰ ਦਾਂਗੇ, ਫੜੇ ਕਰਾਂਗੇ? ਤੁਸੀਂ ਇਸ ਗੱਲ ਦੇ ਨਾਲ ਇੱਕ ਹੋਰ ਗੱਲ ਕਹਿੰਦੇ ਹੋ ਕਿ ਜਦ ਇਸ ਟਾਈਪ ਦੀ ਕੋਈ ਵੀ ਡਾਇਰੈਕਸ਼ਨ ਇਸ਼ੂ ਹੋ ਰਹੀ ਹੈ, ਅਲਟੀਮੇਟਲੀ ਉਸ ਡਾਇਰੈਕਸ਼ਨ ਨੂੰ
ਐਗਜ਼ੀਕਿਊਟ ਕੌਣ ਕਰੇਗਾ, ਉਹ ਕਾਰਵਾਈ ਕੌਣ ਕਰੇਗਾ, ਉਹ ਅਫਸਰ ਕਰਨਗੇ। ਜੇ ਅਫਸਰ ਕਰਨਗੇ, ਜੇ ਇਹ ਗੈਰ ਕਾਨੂੰਨੀ ਕਾਰਵਾਈ ਹੈ ਜਿਹਦੇ ਵਿੱਚ ਐਵੀਡੈਂਸ ਨਹੀਂ ਹੈ, ਪ੍ਰੂਫ ਨਹੀਂ ਹੈ, ਤਾਂ ਜੋ ਅਫਸਰ ਕਰਨਗੇ ਉਹ ਵੀ ਗਲਤ ਕਰਨਗੇ। ਤੁਸੀਂ ਇਹ ਗੱਲ ਕਹਿ ਵੀ ਰਹੇ ਸੀ ਕਿ ਪਹਿਲਾਂ ਕਿ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਜੇ ਉਹਨਾਂ ਨੇ ਇਸ ਟਾਈਪ ਦੀ ਕੋਈ ਕਾਰਵਾਈ ਕੀਤੀ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਡੇਟ ਵਿੱਚ ਅਫਸਰਾਂ ਦੇ ਕੋਲ ਇਹ ਕੈਪੈਸਿਟੀ ਹੈ ਜਾਂ ਇਹ ਉਹਨਾਂ ਦੇ ਕੋਲ ਆਜ਼ਾਦੀ ਹੈ ਕਿ ਉਹ ਇਹ ਸੋਚ ਸਕਣ ਕਿ ਸਹੀ ਕੀ ਹੈ ਔਰ ਗਲਤ ਕੀ ਹੈ ਔਰ ਮੈਂ ਇਹ ਡਿਸੀਜਨ ਨਾ ਲਵਾਂ? ਮੈਂ ਉਹੀ ਕਹਿ ਰਿਹਾ ਹਾਂ ਕਿ ਅਫਸਰਾਂ ਨੂੰ ਸਮਝ ਲੈਣਾ ਚਾਹੀਦਾ ਹੈ। ਮੈਂ ਅੱਜ ਕਮਿਟ ਕਰਦਾ ਤੁਹਾਡੇ ਸਾਹਮਣੇ, ਪਰਮਾਤਮਾ ਮਿਹਰ ਕਰੇ, ਸਰਕਾਰ ਮੌਕਾ ਦੇ ਸਾਨੂੰ ਸੇਵਾ ਕਰਨ ਦੀ। ਜਿਹੜੇ ਝੂਠੇ ਕੇਸ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਪਿਛਲੇ 5 ਸਾਲ 'ਚ ਕੀਤੇ ਹੈ, ਇੱਕ ਜੁਡੀਸ਼ੀਅਲ ਜੱਜ ਦੀ ਥੱਲੇ ਇਨਕੁਆਇਰੀ ਕਮੇਟੀ ਬਣਾ ਕੇ, ਕਮਿਸ਼ਨ ਬਣਾ ਕੇ ਅਸੀਂ 2 ਮਹੀਨਿਆਂ ਦੇ ਅੰਦਰ ਸਾਰੀ ਸਕਰੂਟਨਾਈਜ਼ ਕਰਾਂਗੇ ਕੁਝ ਕੇਸ। ਜਿੱਥੇ ਜਿੱਥੇ ਝੂਠਾ ਕੇਸ ਕੀਤਾ ਗਿਆ ਹੈ, ਉਹ ਜਿਹੜਾ ਅਫਸਰ ਹੈ ਜਿਹਨੇ ਕਰਾਇਆ SHO ਨੇ ਜਾਂ DSP ਨੇ, ਹੀ ਵਿਲ ਬੀ ਡਿਸਮਿਸਡ ਫਰਮ ਸਰਵਿਸ, ਆ ਕਮਿਟਮੈਂਟ। ਨਾਲੇ ਉਹਦੇ ਮਗਰ ਜੋ ਪੋਲੀਟੀਕਲ ਮਾਸਟਰ ਹੈ ਜਿਹਦੇ ਪ੍ਰੈਸ਼ਰ ਤੇ ਕਿਹਾ ਗਿਆ, ਹੀ ਵਿਲ ਬੀ ਆਲਸੋ ਪ੍ਰੋਸੀਕਿਊਟਡ। ਈਵਨ ਨਾਓ ਮੈਂ ਅਫਸਰਾਂ ਨੂੰ ਕਹਿਣਾ ਚਾਹਣਾ ਹੈ ਕਿ ਤੁਸੀਂ ਕੋਈ ਗਲਤ ਕੰਮ ਨਾ ਕਰੋ। ਜੇ ਕਿਸੇ ਚੀਜ਼ ਤੁਹਾਨੂੰ ਪ੍ਰੂਫ ਹੈ, ਯੈਸ ਯੂ ਆਰ ਫ੍ਰੀ ਟੂ ਡੂ ਵਟ ਐਵਰ ਇਟ ਇਜ਼, ਪਰ ਜੇ ਤੁਸੀਂ ਪੋਲੀਟੀਕਲ ਮਾਸਟਰ ਦੇ ਅੰਦਰ ਲੱਗ ਕੇ ਤੁਸੀਂ ਕੋਈ ਇਹਦਾ ਝੂਠਾ ਕੇਸ ਬਣਾਓਗੇ, then be ready to lose your job and be prosecuted। ਇਹ ਤੁਸੀਂ ਕਰ ਪਾਓਗੇ ਜੇ ਤੁਹਾਡੀ ਸਰਕਾਰ ਬਣਦੀ ਹੈ ਤਾਂ ਤੁਸੀਂ ਇਹ ਕਰ ਪਾਓਗੇ। ਪਰਮਾਤਮਾ ਮਿਹਰ ਕਰਨਗੇ। ਪਰਮਾਤਮਾ ਦੇ ਇੱਥੇ ਜਿਹੜੇ ਲੋਕਾਂ ਨੇ, ਜਿਹੜੀਆਂ ਪਾਰਟੀਆਂ ਨੇ ਬੇਅਦਬੀ ਦੇ ਮਾਮਲੇ ਸਿਆਸਤ ਕੀਤੀ ਨਾ, ਉਹਨਾਂ ਦਾ ਕੱਖ ਨਹੀਂ ਰਹਿਣਾ। ਹੁਣ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਕਿ ਬੇਅਦਬੀ ਦਾ ਮਾਮਲਾ ਇਸ ਲਈ ਚੱਕਿਆ ਗਿਆ ਤਾਂ ਕਿ ਇੱਕ ਜਿਹਨੂੰ ਕਹਿੰਦੇ ਨਾ ਇੱਕ ਚੀਜ਼ ਬਣ ਗਈ ਜਿਹਦੇ ਆਲੇ ਦੁਆਲੇ ਤੁਸੀਂ ਰਾਜਨੀਤੀ ਕਰ ਸਕਦੇ ਹੋ। ਡਿਵੈਲਪਮੈਂਟ ਦੀ ਗੱਲ ਨਹੀਂ ਹੋਈ। ਤੁਸੀਂ ਇਹ ਕਹਿ ਰਹੇ ਹੋ ਕਿ ਪਿਛਲੇ 4-4.5 ਸਾਲ ਵਿੱਚ ਹੋਰ ਕਿਹੜੀ ਚੀਜ਼ਾਂ ਹੋਈਆਂ ਉਹਦੀ ਗੱਲ ਕਰੋ, ਪਰ ਉਹ ਗੱਲ ਤੁਹਾਡਾ ਕਹਿਣਾ ਹੈ ਕਿ ਉਹ ਨਹੀਂ ਹੋ ਰਹੀ ਹੈ ਔਰ ਬੇਅਦਬੀ ਦੀ ਗੱਲ ਹੋ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਬੇਅਦਬੀ ਇੰਨਾ ਵੱਡਾ ਮਸਲਾ ਹੈ ਜਾਂ ਇਸ ਮਸਲੇ ਨੂੰ ਬਣਾ ਦਿੱਤਾ ਗਿਆ ਹੈ ਜਾਂ ਇਸ ਮਸਲੇ ਦੇ ਨਾਲ ਤੁਸੀਂ ਜੁੜਦੇ ਹੋ ਤਾਂ ਕਰਕੇ ਮਸਲਾ ਬਣ ਗਿਆ ਹੈ? ਤੁਸੀਂ ਇਸ ਮਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸੀ ਬੇਅਦਬੀ ਸਾਨੂੰ ਬੜਾ ਦੁੱਖ ਹੈ ਕਿ ਸਾਡੇ ਰਾਜ ਵਿੱਚ ਬੇਅਦਬੀ ਹੋਈ। ਮੈਂ ਦਰਬਾਰ ਸਾਹਿਬ ਜਾ ਕੇ ਵੀ ਮਾਫੀ ਮੰਗੀ ਕਿ ਸਾਨੂੰ ਦੁੱਖ ਹੈ ਕਿ ਸਾਡੇ ਰਾਜ 'ਚ ਹੋਈ। ਸਾਨੂੰ ਆ ਵੀ ਦੁੱਖ ਹੈ ਕਿ ਸਾਨੂੰ ਮੌਕਾ ਨਹੀਂ ਦਿੱਤਾ ਗਿਆ ਇਹਨਾਂ ਦੋਸ਼ੀਆਂ ਨੂੰ ਫੜਨ ਦਾ, ਕਿਉਂਕਿ CBI ਨੇ ਟੇਕ ਓਵਰ ਕਰ ਲਿਆ ਸੀ। ਇਹਨਾਂ ਨੇ ਪ੍ਰੈਸ਼ਰ ਪਾਇਆ, ਕਾਂਗਰਸ ਨੇ ਤੇ ਸਾਰੇ ਜਥੇਬੰਦੀ ਪਾਇਆ ਕਿ ਅਸੀਂ ਪੰਜਾਬ ਸਰਕਾਰ ਤੋਂ ਨਹੀਂ ਕਰਾਉਣਾ, ਸਾਨੂੰ CBI ਨੂੰ ਟ੍ਰਾਂਸਫਰ ਕਰੋ। CBI ਨੂੰ ਟ੍ਰਾਂਸਫਰ ਕਰਨਾ ਪਿਆ, ਇਸ ਕਰਕੇ ਅਸੀਂ ਨਹੀਂ ਇਨਵੈਸਟੀਗੇਸ਼ਨ ਕਰ ਸਕੇ। ਪਰ 4 ਸਾਲ ਕਾਂਗਰਸ ਨੇ ਦੋਸ਼ੀਆਂ ਨੂੰ ਫੜਨ ਦੇ ਬਜਾਏ ਕੱਲੀ ਸਿਆਸਤ ਕੀਤੀ। ਤੇ ਮੈਂ ਇੱਕ ਬਿਆਨ ਮੇਰਾ ਤੁਸੀਂ ਸੁਣਿਆ ਹੋਣਾ ਹੈ, ਮੈਂ ਪਰਮਾਤਮਾ ਦੇ ਹਾਜ਼ਰ ਨਾਜ਼ਰ ਕਹਿ ਕੇ ਦੇਖ ਕੇ ਮੈਂ ਇੱਕ ਕਿਹਾ ਸੀ ਕਿ ਆਹ ਬੇਅਦਬੀ ਵਾਲਾ ਇਸ਼ੂ ਬੜਾ ਇੰਨਾ ਸੀਰੀਅਸ ਇਸ਼ੂ ਹੈ, ਭਾਵਨਾ ਨਾਲ ਜੁੜਿਆ ਹੋਇਆ ਹੈ। ਜਿਹਨੇ ਬੇਅਦਬੀ ਕੀਤੀ ਹੈ, ਮੈਂ ਪਰਮਾਤਮਾ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਉਹਦੇ ਪਰਿਵਾਰ ਦਾ ਕੱਖ ਨਾ ਰਹੇ, ਤੇ ਜਿਹੜੀ ਸਿਆਸਤ ਕਰਨਗੇ ਉਹਨਾਂ ਦਾ ਵੀ ਕੱਖ ਨਾ ਰਹੇ, ਕਿਉਂਕਿ ਆਹ ਚੀਜ਼ ਸਿਆਸਤ ਕਰਨ ਵਾਲੀ ਚੀਜ਼ ਨਹੀਂ ਹੈ। ਪਰ ਮੈਨੂੰ ਦੁੱਖ ਹੈ ਕੈਪਟਨ ਸਾਹਿਬ ਤੇ ਕਾਂਗਰਸ ਹਲੇ ਤੱਕ ਨਵਜੋਤ ਸਿੱਧੂ ਸਾਰੀ ਸਿਆਸਤ ਤੇ ਲੱਗੀ ਹੈ। 5 ਸਾਲਾਂ 'ਚ ਇੱਕ ਦੋਸ਼ੀ ਨਹੀਂ ਫੜ ਸਕੇ, ਨਾ ਡਰੱਗਸ ਦੇ ਕੇਸ 'ਚ। ਹੁਣ ਉਹਨਾਂ ਦੀ ਪੁਲਿਸ ਉਹਨਾਂ ਕੋਲੇ ਹੈ, ਸਾਰੇ ਡਿਪਾਰਟਮੈਂਟ ਉਹਨਾਂ ਕੋਲੇ ਹੈ। ਸੁਖਬੀਰ ਜੀ, ਜੇ ਇੱਕ ਅਕਾਲੀ ਲੀਡਰ ਤੇ ਮੈਨੂੰ ਦੱਸੋ ਕਿਹਦੇ ਤੇ ਕੋਈ ਡਰੱਗ ਕੇਸ ਬਣਿਆ? ਸੁਖਬੀਰ ਜੀ, ਜੇ CBI ਦੇ ਕੋਲ ਕੇਸ ਨਾ ਜਾਂਦਾ, ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀਗੇ, ਔਰ ਤੁਹਾਡੀ ਪੁਲਿਸ ਇਨਵੈਸਟੀਗੇਟ ਕਰਦੀ, ਕੀ ਤੁਸੀਂ ਬੇਅਦਬੀ ਮਾਮਲੇ ਨੂੰ ਸੁਲਝਾ ਸਕਦੇ ਸੀਗੇ? ਅਸੀਂ ਨੇੜੇ ਲੱਗ ਗਏ ਸੀ। ਅਸੀਂ ਜਿਹੜੇ ਲੋਕੀ ਉੱਥੇ ਬਹੁਤ ਲੋਕੀ ਹੈ ਜਿਹਦਾ ਐਵੀਡੈਂਸ ਆ ਗਿਆ ਸੀ, ਪਰ ਇਹਨਾਂ ਨੇ ਪ੍ਰੈਸ਼ਰ ਇੰਨਾ ਪਾਇਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਕੋਈ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਨੂੰ ਮੰਨਾਂਗੇ ਨਹੀਂ। ਸੋ ਜਨਤਾ ਦੀ ਭਾਵਨਾ ਨੂੰ ਦੇਖ ਕੇ ਅਸੀਂ ਐ ਨਹੀਂ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਜਾਣ ਕੇ ਕਿਸੇ ਨੂੰ ਬਚਾਉਣਾ ਚਾਹੁੰਦੇ ਹਾਂ। ਅਸੀਂ ਉਹਨਾਂ ਦੀ ਭਾਵਨਾ ਨੂੰ ਦੇਖ ਕੇ CBI ਨੂੰ ਦਿੱਤੀ ਸੀ। ਉਹਨਾਂ ਕਹਿਣਗੇ ਜੇ ਸਾਡੇ ਪਾਸ ਹੁੰਦੀ ਅਸੀਂ ਪੂਰਾ ਮਗਰ ਲੱਗ ਕੇ ਕਰਨਾ ਸੀ। ਜਦ ਤੁਸੀਂ ਕਹਿੰਦੇ ਹੋ ਕਿ ਅਸੀਂ ਨੇੜੇ ਲੱਗੇ ਸੀਗੇ, ਕਿੱਧਰ ਤੱਕ ਪਹੁੰਚ ਗਏ ਸੀਗੇ ਤੁਸੀਂ? ਮੈਂ ਉਹੀ ਕਹਿਣਾ, ਕਈ ਬੰਦੇ ਆਇਡੈਂਟੀਫਾਈ ਸੀ। ਕਈ ਬੰਦਿਆਂ ਨੂੰ ਜਦੋਂ ਅਸੀਂ ਕੋਰਟ 'ਚ ਪੇਸ਼ ਕੀਤਾ ਕਿ ਇਹਨਾਂ ਨੂੰ ਲਾਈ ਡਿਟੈਕਟਰ ਟੈਸਟ ਕਰਨਾ ਚਾਹੀਦਾ ਹੈ, ਉਹ ਮੁੱਕਰ ਗਏ ਸੀ। ਜਿਹੜੇ ਬੰਦੇ ਤੇ ਕੋਈ ਦੋਸ਼ ਹੋਏ ਤੇ ਲਾਈ ਡਿਟੈਕਟਰ ਟੈਸਟ ਕਰਨਾ ਮੁੱਕਰ ਜੇ, ਕੀ ਰੈਫਰੈਂਸ ਹੁੰਦਾ ਹੈ? ਜੇ ਤੁਹਾਡੀ ਸਰਕਾਰ ਬਣਦੀ ਹੈ, ਕੀ ਤੁਸੀਂ ਇਸ ਮਾਮਲੇ ਨੂੰ ਵਾਪਸ ਟੇਕ ਅਪ ਕਰੋਗੇ, ਵਾਪਸ ਇਹਨੂੰ ਸੁਲਝਾਓਗੇ? ਸਾਡੀ ਕੋਸ਼ਿਸ਼ 100% ਹੈ ਤੇ ਰਹੂਗੀ। ਮੇਰੀ ਜ਼ਿੰਦਗੀ 'ਚ ਸ਼ਾਂਤੀ ਮੰਚ ਤਾਂ ਆਊਗੀ ਜਦੋਂ ਦੋਸ਼ੀ ਅੰਦਰ ਜਾਣਗੇ। ਇਹ ਹੁਣ ਵੀ ਹੋ ਸਕਦਾ ਹੈ ਜਾਂ ਇੰਨਾ ਟਾਈਮ ਲੰਘ ਗਿਆ ਕਿ ਹੁਣ ਇਹ ਕੇਸ ਕਦੇ ਵੀ ਸੋਲਵ ਨਹੀਂ ਹੋਏਗਾ, ਜਾਂ ਤੁਹਾਨੂੰ ਲੱਗਦਾ ਕਿ ਹੁਣ ਵੀ ਸੋਲਵ ਹੋ ਸਕਦਾ ਹੈ? ਸਰਕਾਰ ਚਾਹੇ ਕੁਛ ਮਰਜ਼ੀ ਸੋਲਵ ਕਰ ਸਕਦੀ ਹੈ, ਨੀਅਤ ਸਾਫ਼ ਚਾਹੀਦੀ ਹੈ। ਇਹਨਾਂ ਦੀ ਨੀਅਤ ਨਹੀਂ ਹੈ। ਤੇ ਵੱਡੀ ਗੱਲ ਹੈ, ਉਹ ਲੋਕ ਬੇਅਦਬੀ ਦੀ ਗੱਲ ਕਰਦੇ ਆ
ਨਵਜੋਤ ਸਿੰਘ ਸਿੱਧੂ ਬੇਅਦਬੀ ਦੀ ਗੱਲ ਕਰ ਰਿਹਾ ਹੈ। ਮੈਂ ਪੁੱਛਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਕਿਹੜੀ ਪਾਰਟੀ ਦਾ ਪ੍ਰਧਾਨ ਹੈ? ਕਾਂਗਰਸ ਪਾਰਟੀ ਦਾ, ਜਿਹੜੀ ਪਾਰਟੀ ਨੇ ਹਜ਼ਾਰਾਂ ਗੁਰੂ ਘਰਾਂ ਨੂੰ ਅਗਨੀ ਭੇਟ ਕੀਤਾ 84 ਦੇ ਵਿੱਚ, ਟੈਂਕਾਂ ਤੋਂ ਪਰ ਦਰਬਾਰ ਸਾਹਿਬ ਤੇ ਹਮਲਾ ਕੀਤਾ, ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਉਹਦਾ ਪ੍ਰਧਾਨ ਕਹਿ ਰਿਹਾ ਬੇਅਦਬੀ ਦੀ ਗੱਲ ਕਰ ਰਿਹਾ। ਉਹ ਸਭ ਤੋਂ ਵੱਡੀ ਬੇਅਦਬੀ ਉਹਦੀ ਹੈ। ਜੇ ਹਿੰਮਤ ਹੈ ਨਵਜੋਤ ਸਿੱਧੂ, ਹਿੰਮਤ ਹੈ ਤੇ ਅਸਤੀਫਾ ਦੇ ਕਿ ਮੈਂ ਕਾਂਗਰਸ 'ਚ ਨਹੀਂ ਰਹਿਣਾ। ਗਾਂਧੀ ਪਰਿਵਾਰ ਦੇ ਤਾਂ ਗਾਂਧੀ ਪਰਿਵਾਰ ਦੇ ਤਾਂ ਪੈਰੀ ਹੱਥ ਲਾਉਂਦਾ ਹੈ ਜਿਹੜਾ ਇਨਸਾਨ, ਜਿਹੜੇ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਗਾਂਧੀ ਪਰਿਵਾਰ ਹੈ, ਉਹਦੇ ਪੈਰੀ ਹੱਥ ਨਵਜੋਤ ਸਿੱਧੂ ਲਾਉਂਦਾ ਹੈ। ਉਹ ਬੰਦਾ ਬੇਅਦਬੀ ਦੀ ਗੱਲ ਕਰੇ, ਸ਼ੋਭਾ ਨਹੀਂ ਦਿੰਦਾ। ਸੁਖਬੀਰ ਜੀ, ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ ਬੇਅਦਬੀ ਦੀ, ਬਾਰ-ਬਾਰ ਅਸੀਂ ਇਸ ਮਸਲੇ ਨੂੰ ਚੱਕ ਰਹੇ ਹਾਂ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਦੂਜਾ ਮਸਲਾ ਜਿਹੜਾ ਇੱਕ ਡਰੱਗਸ ਦਾ ਬਾਰ-ਬਾਰ ਆਉਂਦਾ ਕਿ ਐਸਟੀਐਫ ਦੀ ਇੱਕ ਰਿਪੋਰਟ ਪਈ ਹੋਈ ਹੈ ਹਾਈ ਕੋਰਟ ਦੇ ਅੰਦਰ, ਜਿਹਨੂੰ ਜਨਤਕ ਕਰਨ ਦੀ ਬਾਰ-ਬਾਰ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਨੇ ਕਿ ਵੀ ਉਹ ਰਿਪੋਰਟ ਜਨਤਕ ਹੋਣੀ ਚਾਹੀਦੀ। ਉਹ ਜਨਤਕ ਕਰਕੇ ਕੀ ਕਰਨਾ ਚਾਹ ਰਹੇ ਆ? ਜੇ ਉਹ ਜਨਤਕ ਹੋ ਜਾਏਗੀ, ਤੁਹਾਨੂੰ ਵੀ ਪਤਾ ਹੋਏਗਾ ਸ਼ਾਇਦ ਕਿ ਉਸ ਰਿਪੋਰਟ ਵਿੱਚ ਕੀ ਹੈ, ਕਿ ਜੇ ਉਹ ਜਨਤਕ ਹੁੰਦੀ ਹੈ ਕੀ ਪਤਾ ਲੱਗ ਜਾਏਗਾ ਉਸ ਰਿਪੋਰਟ ਤੋਂ? ਜਨਤਕ 2 ਸਾਲ ਪਹਿਲੇ ਨਵਜੋਤ ਸਿੱਧੂ ਨੇ ਕਰ ਹੀ ਦਿੱਤੀ ਹੈ। ਕੀ ਨਿਕਲਿਆ? ਕੁਝ ਵੀ ਨਹੀਂ। 2 ਸਾਲ ਹੋ ਗਏ। ਦੂਜੀ ਗੱਲ, ਕਿਸੇ ਕੋਰਟ ਨੇ ਐ ਨਹੀਂ ਕਿਹਾ ਕਿ ਤੁਸੀਂ ਡਰੱਗ ਦੀ ਜੇ ਕੋਈ ਡਰੱਗ ਵੇਚਦਾ ਹੈ ਜਾਂ ਉਸ ਕੋਈ ਸਸਪੈਕਟ ਹੈ ਉਹਨੂੰ ਤੁਸੀਂ ਫੜ ਨਹੀਂ ਸਕਦੇ। ਕਿਸੇ ਕੋਰਟ ਨੇ ਤਾਂ ਕਿਹਾ ਹੀ ਨਹੀਂ ਹੈ। ਇੱਕ ਰਿਪੋਰਟ ਦੇ ਬਹਾਨੇ ਲਈ ਨਾ, ਰਿਪੋਰਟ 'ਚ ਕਿਤੇ ਸਟੇ ਮਿਲੀ ਹੈ? ਤੁਸੀਂ ਨਵਜੋਤ ਸਿੰਘ ਸਿੱਧੂ ਨੇ 2 ਸਾਲ ਪਹਿਲੇ ਜਨਤਕ ਕਰਤੀ, ਉਹਦੇ 'ਚ ਕੁਝ ਹੈ ਹੀ ਨਹੀਂ। ਆ ਇੱਕ ਲਿਫਾਫਾ ਨੂੰ ਦਿਖਵਾ ਕੇ, ਜੇ ਤੁਸੀਂ ਇਨਵੈਸਟੀਗੇਸ਼ਨ ਤਾਂ ਤੁਹਾਡੇ ਹੱਥ 'ਚ, ਜਦੋਂ ਮਰਜ਼ੀ ਕਰ ਲਓ। ਐਸਟੀਐਫ ਰਿਪੋਰਟ ਬਾਰ-ਬਾਰ ਇਹਦਾ ਜ਼ਿਕਰ ਹੁੰਦਾ ਹੈ, ਬਾਰ-ਬਾਰ ਇਹ ਗੱਲ ਆਉਂਦੀ ਹੈ ਕਿ ਐਸਟੀਐਫ ਰਿਪੋਰਟ ਨੂੰ ਜਨਤਕ ਕਰੋ। ਤੁਸੀਂ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਨੇ 2 ਸਾਲ ਪਹਿਲਾਂ ਰਿਪੋਰਟ ਨੂੰ ਜਨਤਕ ਕਰਤਾ। ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਕੀ ਤੁਸੀਂ ਰਿਪੋਰਟ ਨੂੰ ਜਨਤਕ ਕਰਨ ਦੇ ਫੇਵਰ ਵਿੱਚ ਹੋ ਜਾਂ ਨਹੀਂ ਹੋ? ਸਾਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ, ਫਰਕ ਨਹੀਂ ਪੈਂਦਾ ਨਹੀਂ। ਕੀ ਤੁਸੀਂ ਰਿਪੋਰਟ ਨੂੰ ਜਨਤਕ ਕਰਨ ਦੇ ਫੇਵਰ ਵਿੱਚ ਹੋ ਕਿ ਨਹੀਂ ਹੋ? ਕਿਉਂਕਿ ਆ ਮੈਟਰ ਹਾਈ ਕੋਰਟ ਦਾ ਹੈ ਜੀ, ਜੁਡੀਸ਼ੀਅਲ ਸਬ ਜੁਡੀਸ਼ੀਅਲ। ਆ ਰਿਪੋਰਟ ਹਾਈ ਕੋਰਟ ਨੇ ਮੰਗੀ ਹੈ ਜੀ। ਹਾਈ ਕੋਰਟ ਦੀ ਪ੍ਰੈਰੋਗੇਟਿਵ ਹੈ ਕਿ ਉਹਨੇ ਕੀ ਕਰਨਾ ਹੈ ਜੀ। ਮੈਂ ਹਾਈ ਕੋਰਟ ਨੂੰ ਡਾਇਰੈਕਟ ਨਹੀਂ ਕਰ ਸਕਦਾ। ਨਹੀਂ ਡਾਇਰੈਕਟ ਨਹੀਂ, ਮੈਂ ਕਹਿ ਰਿਹਾ ਜੇ ਉਹ ਜਨਤਕ ਹੁੰਦੀ ਹੈ। ਇੱਕ ਗੱਲ ਦੱਸੋ ਜੀ, ਜੇ ਹਾਈ ਕੋਰਟ ਕਰਦਾ ਤਾਂ ਮੈਨੂੰ ਕੀ ਆਬਜੈਕਸ਼ਨ ਹੈ? ਠੀਕ ਹੈ, ਤੁਸੀਂ ਕਹਿ ਰਹੇ ਹੋ ਜੇ ਜਨਤਕ ਰਿਪੋਰਟ ਹੁੰਦੀ ਹੈ ਤੁਹਾਨੂੰ ਉਹਦੇ ਨਾਲ ਕੋਈ ਆਬਜੈਕਸ਼ਨ ਨਹੀਂ ਹੈ। ਕੋਈ ਫਰਕ ਨਹੀਂ ਹੈ। ਸਾਨੂੰ ਪ੍ਰੋਬਲਮ ਹੈ ਕਿ ਜੋ ਹਾਈ ਕੋਰਟ ਦਾ ਕੰਮ ਹੈ, ਕੋਈ ਪੋਲੀਟੀਸ਼ੀਅਨ ਡਾਇਰੈਕਟ ਨਹੀਂ ਕਰ ਸਕਦਾ ਉਹਨੂੰ। ਤੁਸੀਂ ਹਾਈ ਕੋਰਟ ਤੇ ਤੁਸੀਂ ਐ ਨਹੀਂ ਕਹਿ ਸਕਦੇ ਹਾਈ ਕੋਰਟ ਜਾ ਕਰੇ, ਹਾਈ ਕੋਰਟ ਜਾ ਕਰੇ। ਹੁਣ ਨਵਜੋਤ ਸਿੱਧੂ ਤਾਂ ਕਹਿੰਦਾ ਸੁਖਬੀਰ ਬਾਦਲ ਤੇ ਕੇਸ ਰਜਿਸਟਰ ਕਰ ਦੋ, ਬਿਕਰਮ ਤੇ ਕੇਸ ਕਰ ਦੋ। ਕੀ ਕਾਨੂੰਨੀ ਹੈ? ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ ਬਿਕਰਮ ਮਜੀਠੀਆ ਡਰੱਗਸ ਦੇ ਨਾਲ ਇਨਵੋਲਵ ਸੀਗੇ। ਉਹਨਾਂ ਦਾ ਇਹ ਹਿੰਟ ਕਰਨ ਦੀ ਕੋਸ਼ਿਸ਼ ਹੈ ਕਿ ਐਸਟੀਐਫ ਰਿਪੋਰਟ ਵਿੱਚ ਸ਼ਾਇਦ ਕੁਝ ਐਦਾਂ ਦਾ ਕੋਈ ਚੀਜ਼ ਹੋਏਗੀ ਜਿਹਦੇ ਕਰਕੇ ਜਦੋਂ ਖੁਲਾਸਾ ਹੋਏਗਾ ਅਸੀਂ ਬਿਕਰਮ ਮਜੀਠੀਆ ਨੂੰ ਅੰਦਰ ਕਰ ਸਕਦੇ। ਅੱਛਾ, ਇੱਕ ਗੱਲ ਦੱਸੋ, ਇਹ ਸੀਕੁਐਂਸ ਹੈ ਇਸ ਚੀਜ਼ ਦਾ। ਸਰਕਾਰ ਕੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਬਿਕਰਮ ਮਜੀਠੀਆ ਦੇ ਔਰ ਐਸਟੀਐਫ ਰਿਪੋਰਟ ਦੇ ਕੋਈ ਜੋ ਮੁਲਜ਼ਮ ਹੈ, ਫੋਰ ਐਗਜ਼ਾਮਪਲ ਜੇ ਹੈ ਜਾਂ ਨਹੀਂ ਹੈ, ਉਹਦੇ ਤੇ ਕਾਰਵਾਈ ਨਾ ਕਰੋ। ਤੁਹਾਡੇ ਕੋਲੇ ਪੁਲਿਸ, ਤੁਹਾਡੇ ਕੋਲੇ 5 ਸਾਲ ਹੋ ਗਏ, ਤੁਹਾਡੇ ਕੋਲੇ ਇੱਕ ਜਗ੍ਹਾ ਤੇ ਤੁਸੀਂ ਦੱਸ ਦਿਓ ਜੇ ਕੋਈ ਪ੍ਰੂਫ ਹੈ। ਹਿੰਦੁਸਤਾਨ 'ਚ ਕਿਸੇ ਥਾਣੇ 'ਚ ਦੱਸ ਦਿਓ ਕਿਸੇ ਦੇ ਖਿਲਾਫ ਹੈ। ਝੂਠ ਬੋਲਣਾ ਤਾਂ ਜੋ ਮਰਜ਼ੀ ਕਰੀ ਚਲੋ। ਜੇ ਮੈਂ ਕਹਿ ਸਕਦਾ ਨਵਜੋਤ ਸਿੱਧੂ ਹਰ ਰੋਜ਼ ਰੇਪ ਕਰਦਾ ਹੈ, ਕਹਿਣ ਨੂੰ ਤਾਂ ਕੁਛ ਮਰਜ਼ੀ ਹੈ, ਕਹਿਣਾ ਨਹੀਂ ਹੁੰਦਾ। ਇੱਕ ਇਸ਼ੂ ਹੈ ਤੁਹਾਡੇ ਕੋਲੇ, ਹੁਣ ਪੁਲਿਸ ਹੈ, ਤੁਸੀਂ ਪੁਲਿਸ ਕਹਿ ਰਹੇ ਉਹਨੂੰ, ਨਵਜੋਤ ਸਿੰਘ ਸਿੱਧੂ ਕਹਿ ਰਿਹਾ ਕਿ ਚੀਫ ਮਿਨਿਸਟਰ पे ਭੁੱਖ ਹੜਤਾਲ बैठूगा, चीफ मिनिस्टर केस रजिस्टर करे। चीफ मिनिस्टर जे पुलिस को कोई चीज है ताई करनगे, क्यों नहीं कर रहे? क्योंकि है ही नहीं कुछ। जे हुण प्रेशर पाना चाहता है तो जे जे किसी ने कतल किया होंदा ना, 1 मिनट च केस रजिस्टर होता है। जे किसी ने ड्रग्स की है या फड़ी है 1 मिनट हो सकता है, क्यों नहीं की? नारकोटिक ਜਿਹੜਾ ਬੋਰਡ ਹੈ ਕੰਪਨੀ ਵਜੋਂ ਦੇਖ ਲਓ, ਕੀ ਉਹਨਾਂ ਨੇ ਕਿਤੇ ਕਿਹਾ? ਕਿਸੇ ਨੇ ਅੱਜ ਤੱਕ। ਤੁਸੀਂ ਬਾਰ-ਬਾਰ ਨਾ ਕਈ ਜਣਾ ਇੱਕ ਚੀਜ਼ ਆ ਡਰੱਗ ਕਰਦਾ। ਤੁਸੀਂ ਜੇ ਹਿੰਮਤ ਹੈ ਤੇ ਦਿਖਾਓ ਕਿੱਥੇ ਹੈ। ਝੂਠ ਬੋਲਣਾ, ਡਰਾਮੇ ਕਰਨਾ। 5 ਸਾਲ ਨਾ ਕੋਈ ਸੜਕ ਬਣਾਈ, ਨਾ ਡਿਵੈਲਪਮੈਂਟ ਕਰੀ, ਨਾ ਲੋਕਾਂ ਦੀ ਗੱਲ ਸੁਣੀ, ਨਾ ਕਿਸੇ ਨੂੰ ਮਿਲੇ, ਨਾ ਇੰਡਸਟਰੀ ਲੈ ਕੇ ਆਏ। 5 ਸਾਲ ਇੱਕੋ ਹੀ 2 ਰੱਟ। ਬਾਦਲਾਂ ਨੂੰ ਅੰਦਰ ਕਰਨਾ ਹੈ। ਆ ਪੋਲਿਟਿਕਸ ਬਾਦਲਾਂ ਨੂੰ ਅੰਦਰ ਕਰਨ ਦੀ ਨਹੀਂ ਹੈ। ਪੋਲਿਟਿਕਸ ਤੁਹਾਨੂੰ ਚੀਫ ਮਿਨਿਸਟਰ ਬਣਾਏਗਾ। ਸਰਕਾਰ ਬਣਾਈ ਗਈ ਹੈ ਕੰਮ ਕਰਨ ਵਾਸਤੇ। ਤੁਸੀਂ ਕਹਿ ਰਹੇ ਹੋ ਕਿ ਪੋਲਿਟਿਕਸ ਚੱਲ ਰਹੀ ਹੈ। ਜੇ ਕਰਨਾ ਸੀ, ਜੇ ਹਿੰਮਤ ਸੀ, 5 ਸਾਲ ਕਿਸੇ ਨੇ ਰੋਕਿਆ ਸੀ ਇਹਨਾਂ ਨੂੰ?
ਨਹੀਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਸੀਗੇ ਮੁੱਖ ਮੰਤਰੀ ਪੰਜਾਬ ਦੇ। ਹੁਣ ਇਹ ਸਾਰੀ ਗੱਲ ਇਹ ਵੀ ਮੋੜਦੇ ਆ ਜਾਂ ਇਹ ਵੀ ਗੱਲ ਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਨਾਲ ਰਲੇ ਮਿਲੇ ਸੀਗੇ। ਤੁਸੀਂ ਪਹਿਲਾਂ ਇਹ ਕਹਿੰਦੇ ਆਏ ਹੋ ਕਿ ਪਹਿਲਾਂ ਉਹਨਾਂ ਨੇ ਤੁਹਾਨੂੰ ਇੱਕ ਵਾਰ ਅਰੈਸਟ ਵੀ ਕਰਵਾਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ। ਜੇ ਰਲੇ ਮਿਲੇ ਹੁੰਦੇ ਤਾਂ ਉਸ ਵੇਲੇ ਅਰੈਸਟ ਕਿਉਂ ਕਰਵਾਇਆ ਸੀਗਾ? ਉਹਦੀ ਗੱਲ ਇਹ ਹੁੰਦੀ ਹੈ ਕਿ ਚਲੋ ਉਹ ਤਾਂ ਜੋ ਹੋਇਆ ਸੋ ਹੋਇਆ, ਉਸ ਤੋਂ ਬਾਅਦ ਰਲ ਮਿਲ ਗਏ। ਉਹ ਇਹ ਕਹਿੰਦੇ ਕਿ ਪਿਛਲੇ 4-4.5 ਸਾਲ ਰਲੇ ਮਿਲੇ ਸੀਗੇ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੋਈ, ਹੁਣ ਅਸੀਂ ਆ ਗਏ, ਹੁਣ ਅਸੀਂ ਕਾਰਵਾਈ ਕਰਾਂਗੇ। ਪਰ ਇੱਕ ਸੈਕਿੰਡ ਮੈਂ ਵਾਪਸ ਪਿੱਛੇ ਜਾਵਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? 4-4.5 ਸਾਲ ਪੰਜਾਬ ਵਿੱਚ ਤੁਸੀਂ ਕਹਿੰਦੇ ਹੋ ਕੁਝ ਵੀ ਨਹੀਂ ਹੋਇਆ, ਕੀ ਹੋ ਰਿਹਾ ਸੀਗਾ 4-4.5 ਸਾਲ? ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ 4.5 ਸਾਲ ਪੰਜਾਬ ਦੇ ਬਰਬਾਦ ਕੀਤੇ। ਕਿਉਂ? ਸਭ ਤੋਂ ਨਕੰਮਾ ਨਖਿੱਧ ਮੁੱਖ ਮੰਤਰੀ। ਉਹ ਕਹਿੰਦੇ ਨਾ ਬਾਈ ਓਮਿਸ਼ਨ ਔਰ ਕਮਿਸ਼ਨ, ਨਹੀਂ ਬਿਨਾ ਕੋਈ ਕੰਮ ਨਾ ਕਰਕੇ ਬਰਬਾਦ ਕੀਤੇ, ਗਲਤ ਕਰਕੇ ਬਰਬਾਦ ਕੀਤੇ। ਸਭ ਤੋਂ ਵੱਡੀ ਉਹਨੇ ਮਾੜੀ ਗੱਲ ਕੀਤੀ ਕੈਪਟਨ ਨੇ, ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਦੀ। ਜਿਹੜਾ ਪ੍ਰਮਾਤਮਾ ਦੀ ਝੂਠੀ ਸਹੁੰ ਖਾਊਗਾ ਨਾ, ਉਹ ਕਿਤੇ ਨਹੀਂ ਬਖਸ਼ਿਆ ਜਾ ਸਕਦਾ। ਅੱਜ ਉਹਨੂੰ ਰੋਲਤਾ ਸੜਕ ਤੇ, ਉਸ ਝੂਠੀ ਸਹੁੰ ਨੇ ਰੋਲਿਆ। ਅੱਜ ਜਿਹੜੇ ਬੰਦਾ ਆਪਣੇ ਆਪ ਚੀਫ ਮਿਨਿਸਟਰ ਸੀ, ਅੱਜ ਸੜਕਾਂ ਤੇ ਤੁਰਿਆ ਫਿਰਦਾ। ਉਹੀ ਪੁਲਿਸ ਜਿਹੜੀ ਸਲੂਟ ਮਾਰਦੀ ਸੀ, ਉਹਨੂੰ ਦਰਵਾਜ਼ੇ 'ਚ ਅੰਦਰ ਨਹੀਂ ਵੜਨ ਦਿੰਦੀ। ਆਹ ਫਰਕ ਹੈ ਜੋ ਪ੍ਰਮਾਤਮਾ ਝੂਠੀ ਸਹੁੰ ਖਾਂਦਾ। ਪਰ ਇਹ ਕਿਉਂ ਹੋਇਆ? ਜਿੰਨੇ ਕਾਂਗਰਸ ਦੇ ਸੁੱਖੀ ਰੰਧਾਵਾ ਸਾਰੇ ਗੁਟਕਾ ਸਾਹਿਬ ਫੜਾਉਣ ਵਾਲੇ ਉਹ ਸੀ, ਨਾਲ ਜਕਾਰੇ ਕਰਨ ਵਾਲੇ, ਸਹੁੰ ਖਾਣ ਵਾਲੇ ਉਹ ਸੀ। ਤੁਸੀਂ ਦੇਖੋਗੇ ਕਿਵੇਂ ਪੰਜਾਬ ਦੀ ਜਨਤਾ ਨਾਲ ਰੋਲਦੀ ਹੈ। ਨਾ ਮੈਂ ਸਹੁੰ ਖਾਈ ਹੈ, ਨਾ ਖਾਣੀ ਹੈ, ਨਾ ਅਸੀਂ ਕੋਈ ਝੂਠੇ ਫਾਰਮ ਭਰਾਉਣੇ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਹੈ, ਜ਼ਬਾਨ ਦੀ ਪਾਰਟੀ ਹੈ। ਐਂਡ ਸਾਡੀ ਪਾਰਟੀ ਦੀ 5 ਵਾਰ ਸਰਕਾਰ ਕਿਉਂ ਆਈ? ਕਿਉਂਕਿ ਸਾਡੀ ਪਾਰਟੀ ਗ੍ਰਾਸ ਰੂਟ ਨਾਲ ਜੁੜੀ ਹੈ। ਜਿਹੜੀ ਤੁਹਾਡੀ ਗੱਲ ਹੈ, ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਖੁੱਲੀ ਛੁੱਟੀ ਦਿੱਤੀ, ਕੰਮ ਕੁਛ ਕੀਤਾ ਨਹੀਂ। ਲੋਕਾਂ ਦੇ ਵਿੱਚ ਇੰਨੀ ਫਰਸਟ੍ਰੇਸ਼ਨ ਹੈ ਪੰਜਾਬ ਦੀ ਜਨਤਾ ਵਿੱਚ ਕਿ 5 ਸਾਲ ਉਹਨਾਂ ਦੇ ਦੁਆਲ ਬਰਬਾਦ ਕਰਤੇ। ਕੈਪਟਨ ਨੇ ਕੋਈ ਕੰਮ ਕਿਉਂ ਨਹੀਂ ਕੀਤਾ? ਉਹਨਾਂ ਦੀ ਫਿਤਰਤ ਵਿੱਚ ਹੈ ਜਿਹੜਾ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ? ਜਾਂ ਕੈਪਟਨ ਨੇ ਜਦੋਂ ਐਕਚੁਅਲੀ ਪੰਜਾਬ ਦੀ ਜਨਤਾ ਬਹੁਤ ਜਲਦੀ ਭੁੱਲ ਜਾਂਦੀ ਹੈ। 2002 ਤੋਂ 2007 ਵੀ ਕੈਪਟਨ ਮੁੱਖ ਮੰਤਰੀ ਸੀ। ਤੇ ਤੁਹਾਨੂੰ ਯਾਦ ਹੋਣਾ, ਮੈਂ ਅਸੈਂਬਲੀ ਸਵਾਲ ਪੁੱਛਿਆ ਸੀ ਚੰਨੀ ਲੀਡਰ ਦੇ ਆਪੋਜੀਸ਼ਨ 'ਚ ਕਿ ਉਸ ਟਾਈਮ ਦੀ ਮੈਨੂੰ 5 ਚੀਜ਼ਾਂ ਗਿਣਾ ਦਿਓ। ਨਹੀਂ ਗਿਣਾ ਸਕਿਆ। ਅਖੀਰ 'ਚ ਮੈਂ ਇੱਕ ਕਿਹਾ ਤੇ ਉਹਨੇ ਕਿਹਾ ਪੈਚਵਰਕ। ਉਹਨਾਂ ਦੀ ਆਪਣਾ ਪਾਰਟੀ ਦਾ ਲੀਡਰ ਨਹੀਂ ਗਿਣਾ ਸਕਿਆ। ਮੈਂ ਹੁਣ ਵੀ 5 ਸਾਲ ਕਹਿਣਾ ਹੈ। ਮੈਨੂੰ ਚੰਨੀ ਹੁਣ ਮੁੱਖ ਮੰਤਰੀ ਹਿਮਸੈਲਫ ਹੈ। ਮੈਨੂੰ 5 ਸਾਲ ਉਹਨੇ ਸਰਕਾਰ ਹੋ ਗਈ। ਇੱਕ ਸਕੂਲ, ਇੱਕ ਹਸਪਤਾਲ, ਇੱਕ ਕਾਲਜ, ਇੱਕ ਕੋਈ ਸ਼ਹਿਰ ਦਾ ਸੀਵਰੇਜ ਵਾਟਰ ਸਪਲਾਈ ਕੀਤਾ ਹੈ, ਇੱਕ ਵੱਡਾ ਪ੍ਰੋਜੈਕਟ ਮੈਨੂੰ ਨਾਂ ਦੱਸ ਦੇਣ ਕਿੱਥੇ ਹੈ। ਸੁਖਬੀਰ ਜੀ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਨਹੀਂ ਹੁੰਦੇ, ਪੰਜਾਬ ਦੇ ਸੁਪਰ ਮੁੱਖ ਮੰਤਰੀ ਹੁੰਦੇ ਹੈ। ਕਿਉਂਕਿ ਬਾਕੀ ਸਟੇਟਸ ਇੰਡੀਆ ਦੀ ਤੁਸੀਂ ਦੇਖੋ ਤਾਂ ਚੀਫ ਮਿਨਿਸਟਰ ਹੁੰਦੇ ਉੱਥੇ। ਪੰਜਾਬ ਦੇ ਹਮੇਸ਼ਾ ਸੁਪਰ ਚੀਫ ਮਿਨਿਸਟਰ ਰਹੇ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀਗੇ, ਜਿਹੜੇ ਲਾਰਜਰ ਦੈਨ ਚੀਫ ਮਿਨਿਸਟਰ, ਉਹਨਾਂ ਦੀ ਇੱਕ ਔਰਾ ਪਰਸੈਪਸ਼ਨ ਇਸ ਟਾਈਪ ਦੀ ਬਣੀ ਹੋਈ ਸੀਗੀ। ਪਰ ਅਸੀਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਸ ਤਰੀਕੇ ਨਾਲ ਕਾਂਗਰਸ ਦੇ ਅੰਦਰ ਜੋ ਕੁਝ ਹੋਇਆ ਸੋ ਹੋਇਆ। ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਸਭ ਕੁਝ ਕਿਉਂ ਹੋਇਆ? ਕੈਪਟਨ ਅਮਰਿੰਦਰ ਸਿੰਘ ਦੇ ਸਾਥ ਇਹ ਸਭ ਕੁਝ ਕਿਉਂ ਹੋਇਆ? ਕਿ ਇੱਕ ਪਲਾਨ ਸੀਗੀ ਕਾਂਗਰਸ ਦੀ, ਜਾਂ ਇਹ ਹੋਣਾ ਹੀ ਸੀਗਾ, ਇਹ ਹੋ ਗਿਆ, ਜਾਂ ਇਹ ਇੱਕ ਸੋਚੀ ਸਮਝੀ ਇੱਕ ਜਿਹਨੂੰ ਕਹਿੰਦੇ ਪਲਾਨ ਸੀਗੀ ਕਿ ਇਦਾਂ ਅਸੀਂ ਕਰਾਂਗੇ, ਇਹਦੇ ਨਾਲ ਸਾਨੂੰ ਇੱਕ ਸਿਆਸੀ ਫਾਇਦਾ ਹੋਏਗਾ? ਤੁਸੀਂ ਕਿਵੇਂ ਦੇਖਦੇ ਹੋ ਇੱਕ ਸੁਪਰ ਚੀਫ ਮਿਨਿਸਟਰ ਦੇ ਨਾਲ ਆ ਹੋਣਾ? ਸਭ ਤੋਂ ਪਹਿਲੇ ਮੈਂ ਕਹਿਣਾ ਚਾਹੁੰਦਾ ਕਿ ਕੈਪਟਨ ਨੇ 5 ਸਾਲ ਕੰਮ ਨਹੀਂ ਕੀਤਾ। ਇੰਨੀ ਐਂਟੀ ਇਨਕੰਬੈਂਸੀ ਹੋ ਗਈ ਕਿ ਕਾਂਗਰਸੀ ਅੰਤ ਆਪਣੇ ਹਲਕੇ ਜਾ ਨਹੀਂ ਸਕਦੇ ਸੀ। ਫਿਰ ਇਹਨਾਂ ਨੇ ਇੱਕ ਪਲਾਨ ਸੋਚਿਆ ਕਿ ਆਪਾਂ ਸਾਰੀ ਐਂਟੀ ਇਨਕੰਬੈਂਸੀ ਕੈਪਟਨ ਦੇ ਸਿਰ ਤੇ ਪਾ ਦਿਓ, ਇਹਨੂੰ ਲਾ ਦਿਓ, ਤਾਂ ਹੀ ਆਪਾਂ ਵਾਪਸ ਜਾ ਸਕਾਂਗੇ। ਸੋ ਰਾਹੁਲ ਗਾਂਧੀ ਨਾਲ ਬਹਿ ਕੇ ਇੱਕ ਸਾਜ਼ਿਸ਼ ਘਟੀ ਕਿ ਕੈਪਟਨ ਨੂੰ ਸੈਕਰੀਫਾਈਸ ਕਰ ਦਿਓ। ਉਹਨੇ ਕੈਪਟਨ ਸੈਕਰੀਫਾਈਸ ਕੀਤਾ। ਤੁਸੀਂ ਇਹਨਾਂ ਦਾ ਬਿਆਨ ਸੁਣ ਲਓ। ਸਾਰੇ ਕਹਿੰਦੇ ਕਿ ਕੈਪਟਨ ਨੇ ਆਹ ਕੀਤਾ, ਕੈਪਟਨ ਨੇ ਆਹ ਕੀਤਾ। ਸਾਰੀ ਗੱਲਾਂ ਭਾਵੇਂ 5 ਸਾਲ ਆ ਸਾਰੇ ਮੰਤਰੀ ਕੈਪਟਨ ਦੇ ਮੰਤਰੀ ਸੀ। ਇੱਕ ਗੇਮ ਖੇਡੀ ਗਈ ਤੇ ਹੁਣ ਚਾਰੋਂ ਤਰਫ ਤੁਸੀਂ ਦੇਖਦੇ ਹੋਣੇ ਆ 2 ਸਾਲ 2 ਮਹੀਨੇ ਜਿਹੜੇ ਹੋਏ ਹੈ, ਇੱਕ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਰੈਸ਼ ਗਵਰਨਮੈਂਟ, ਈਵਨ ਦੋ ਇਟਸ ਐਨ 올ਡ ਗਵਰਨਮੈਂਟ, ਉਹੀ ਮਿਨਿਸਟਰ, ਉਹੀ ਜਿਹੜੇ ਠੱਗ ਇਕੱਠੇ ਹੋਏ ਹੈ, ਉਹੀ ਲੁਟੇਰੇ ਇਕੱਠੇ ਹੋਏ ਹੈ। ਹੁਣ ਜਿਹੜਾ ਚੰਨੀ ਹੈ, ਸਭ ਤੋਂ ਵੱਡਾ ਸੈਂਡ ਮਾਫੀਆ, ਸਾਰਾ ਰੋਪੜ ਡਿਸਟ੍ਰਿਕਟ ਦੇ ਨਾਕੇ ਚੰਨੀ ਦੇ ਭਰਾ ਤੇ ਉਹਨੇ ਫੈਮਿਲੀ ਨੇ ਲਾਏ। ਅੱਜ ਨਹੀਂ 5 ਸਾਲਾਂ ਤੇ ਚੰਨੀ ਰੀਅਲ ਸਟੇਟ ਇਲੀਗਲ ਕਾਲੋਨੀ ਦਾ ਕਿੰਗ ਪਿਨ ਚੰਨੀ ਆਪ ਹੈ। ਚਰਨਜੀਤ ਸਿੰਘ ਚੰਨੀ ਤੁਸੀਂ ਕਹਿ ਰਹੇ ਹੋ ਸਭ ਤੋਂ ਵੱਡਾ ਰੇਤ ਮਾਫੀਆ ਰੋਪੜ ਦਾ। ਚਰਨਜੀਤ ਸਿੰਘ ਚੰਨੀ ਇਲੀਗਲ ਕੰਸਟਰਕਸ਼ਨ ਦਾ ਕਿੰਗ ਪਿਨ ਤੁਸੀਂ ਕਹਿ ਰਹੇ ਹੋ, ਤੁਹਾਡੇ ਕੋਲ ਪ੍ਰੂਫ ਹੈ? ਤੁਸੀਂ ਕਿਥੇ ਮਰਜ਼ੀ ਬੱਚੇ ਕੋਲੇ ਜਾਓ ਰੋਪੜ ਡਿਸਟ੍ਰਿਕਟ 'ਚ, ਆ ਨਾਕੇ ਕਿਹਦੇ ਲੱਗੇ ਹੈ? ਕਹਿਣਗੇ ਚੰਨੀ ਸਾਹਿਬ ਦੇ ਲੱਗੇ ਹੈ। ਇੱਕ ਮੈਂ ਤੁਹਾਨੂੰ ਇਹ ਹੀਅਰ ਸੇ, ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ।
ਤੁਹਾਨੂੰ ਐਸ ਮੀਡੀਆ ਨੂੰ ਇੰਡਸਟਰੀ ਡਿਪਾਰਟਮੈਂਟ ਜਿਹੜਾ ਹੈਗਾ, ਜਿਹੜਾ ਇੰਡਸਟਰੀ ਡਿਪਾਰਟਮੈਂਟ ਹੈ, ਉਹਦੇ ਚ ਮਾਈਨਿੰਗ ਵਾਸ ਪਾਰਟ ਆਫ ਇਟ। ਚੀਫ ਮਿਨਿਸਟਰ ਪਹਿਲੀ ਵਾਰ ਹੋਇਆ 50 ਸਾਲਾਂ 'ਚ ਚੰਨੀ ਨੇ ਮਾਈਨਿੰਗ ਆਪਣੇ ਕੋਲ ਰੱਖ ਲਿਆ, ਜਿੱਥੇ ਰੇਤ ਵਾਲਾ ਕੰਮ ਹੈ, ਤੇ ਇੰਡਸਟਰੀ ਨੂੰ ਮਿਨਿਸਟਰ ਨੂੰ ਦੇਤਾ। ਉਹਨਾਂ ਨੇ ਕਹਿਣਾ ਕਿ ਮੈਂ ਇਸ ਲਈ ਰੱਖ ਲਿਆ ਕਿ ਮੈਂ ਸਾਫ਼ ਕਰਨਾ ਹੈ ਸਿਸਟਮ। ਇੱਕ ਮਿੰਟ, ਉਹਨਾਂ ਨੇ ਇਹ ਕਹਿਣਾ ਮੈਂ ਉਹ ਕਹਿਣਾ ਸ਼ਰਾਬ ਦਾ ਐਕਸਾਈਜ਼ ਐਂਡ ਟੈਕਸੇਸ਼ਨ ਹੈ, ਇਕੱਠੇ ਰਹੇ ਹੈ, ਐਕਸਾਈਜ਼ ਆਪਣੇ ਕੋਲ ਰੱਖ ਲਿਆ, ਉਹ ਜੇ ਸਾਫ਼ ਕਰਨਾ ਹੈ। ਜੇ ਸਾਫ਼ ਕਰਨਾ ਹੈ, ਮੈਂ ਤੁਹਾਨੂੰ ਅੱਜ ਦਿਖਾ ਦਿੰਦਾ ਇਲੀਗਲ ਮਾਈਨਿੰਗ ਹਰ ਰੋਜ਼ ਤੁਹਾਡੇ ਅਖਬਾਰ 'ਚ ਸੌਰੀ ਅਖਬਾਰਾਂ 'ਚ ਤੇ ਟੀਵੀ 'ਚ ਆ ਰਿਹਾ ਹੈ, ਟਰੱਕਾਂ ਦੇ ਟਰੱਕ ਇਲੀਗਲ ਮਾਈਨਿੰਗ ਦੇ ਡੇਲੀ ਹੈਡਲਾਈਨਸ ਬਣ ਰਹੀਆਂ ਅੱਜ ਵੀ। ਮੈਂ ਤੁਹਾਨੂੰ ਅੱਜ ਤੁਸੀਂ ਅੱਜ ਚੰਡੀਗੜ੍ਹ ਨਿਊ ਚੰਡੀਗੜ੍ਹ ਚਲ ਜਾਓ, ਰਾਤ ਨੂੰ 100 ਟਰੱਕ ਨਿਕਲਦਾ ਦਿਖਾਊਂਗਾ ਮੈਂ ਤੁਹਾਨੂੰ ਉੱਥੇ। ਜਿਹੜੇ ਫੰਕਸ਼ਨ ਤੇ ਕੱਲ ਬਾਘਾ ਪੁਰਾਣਾ ਐਮਐਲਏ ਦੇ ਕਾਂਗਰਸ ਦੇ ਤੇ ਗਏ ਸੀ, ਉਹਦਾ ਫੋਰੈਸਟ ਲੈਂਡ ਤੇ ਕ੍ਰਸ਼ਰ ਹੈ, ਓਪਨਲੀ ਇਲੀਗਲ ਮਾਈਨਿੰਗ ਚੱਲੀ ਜਾਂਦੀ ਹੈ। ਕਿਉਂ ਨਹੀਂ ਰੋਕ ਪਾ ਰਹੇ? ਕਿਉਂਕਿ ਹਿੱਸੇਦਾਰ ਹੈ, ਮੇਨ ਕਿੰਗ ਪਿਨ ਹੈ। ਐਂਡ ਜਿਹੜਾ ਪੰਜਾਬ ਦਾ, ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੱਸਣਾ ਵਿਦ ਕੌਨਕ੍ਰੀਟ, ਜਿਹੜਾ ਪੰਜਾਬ ਦਾ ਸਾਰੀ ਇਲੀਗਲ ਦਾ ਟ੍ਰੇਡ ਦਾ ਹੈਡ ਹੈ, ਉਹ ਹੈਗਾ ਚੰਡਾਲ ਆਦਮੀ ਹੈ ਰਾਜਸਥਾਨ ਦਾ। ਉਹ ਜਿਹੜਾ ਇਹਨਾਂ ਦਾ ਆਬਜ਼ਰਵਰ ਹੈ, ਉਹਦਾ ਰਾਈਟ ਹੈਂਡ ਮੈਨ ਹੈ। ਅਜੇ ਚੌਧਰੀ ਜਿਹੜਾ ਆਇਆ ਇਹਨਾਂ ਦਾ, ਉਹਦਾ ਰਾਈਟ ਹੈਂਡ ਮੈਨ ਹੈ। ਆ ਸਾਰਾ ਇੱਕ ਨੈਕਸਸ ਹੈ। ਹੁਣ ਸਾਰੇ ਠੇਕੇਦਾਰਾਂ ਨੂੰ ਬੁਲਾਇਆ ਚੰਨੀ ਨੇ, ਹਰ ਡਿਸਟਿਲਰੀਆਂ ਨੂੰ ਬੁਲਾਇਆ, ਹੁਣ ਸਾਰਿਆਂ ਨੂੰ ਕਿਹਾ 3-3 ਕਰੋੜ ਰੁਪਏ ਮੈਨੂੰ ਇਮੀਡੀਏਟਲੀ ਇਕੱਠਾ ਕਰਕੇ ਦਿਓ। ਆ ਅਫਸਰਾਂ ਨੂੰ, ਕਈ ਅਫਸਰ ਬੁਲਾ ਰਹੇ ਆ, ਇਹਨਾਂ ਨੂੰ ਕਰ ਰਹੇ ਆ। ਸੋ ਜਿਹੜੇ ਸਾਰੇ ਅਫਸਰਾਂ ਨੂੰ ਕਹਿਣਾ ਚਾਹਣਾ, ਜੇ ਤੁਸੀਂ ਕ੍ਰਾਈਮ ਦੇ ਹਿੱਸੇ 'ਚ ਹੋਵੋਗੇ, ਕਿਉਂਕਿ ਹਰ ਚੀਜ਼ ਦੀ ਰਿਪੋਰਟ ਅੱਜ ਕੱਲ੍ਹ ਮਿੰਟਾਂ 'ਚ ਰਿਕਾਰਡਿੰਗ ਲੋਕੀ ਕਰੀ ਜਾਂਦੇ ਆ। ਸ਼ਾਮ ਨੂੰ ਚੰਨੀ ਸੀਐਮ ਹਾਊਸ ਇੱਥੇ ਨਹੀਂ ਰਹਿੰਦਾ, ਉੱਥੇ ਖਰੜ ਹੁੰਦਾ ਆਪਣੇ ਘਰੇ। ਸ਼ਾਮ ਨੂੰ ਰਾਤ ਨੂੰ ਰੋਜ਼ ਮੀਟਿੰਗਾਂ ਹੁੰਦੀਆਂ ਇਸ ਕੰਮ ਦੇ ਵਿੱਚ। ਤੁਸੀਂ ਰੋਪੜ ਦੇ ਕਿਸੇ ਮਰਜ਼ੀ, ਮੈਂ ਬੇਨਤੀ ਕਰਨਾ TV 18 ਤੋਂ, ਤੁਸੀਂ ਰੋਪੜ ਦੇ ਸ਼ਾਮ ਨੂੰ ਤੁਹਾਨੂੰ ਲੋਕੇਸ਼ਨ ਦੱਸ ਦੇਣਾ ਜਿੱਥੇ ਮਾਈਨਿੰਗ ਹੋ ਰਹੀ ਹੈ, ਤੁਸੀਂ ਜਾ ਕੇ ਚੈੱਕ ਕਰੋ, ਉੱਥੇ ਪਤਾ ਕਰ ਲਓ। ਜੇ ਨਾਕੇ ਲੱਗੇ ਆ, ਨਾਕੇ ਕੌਣ ਲਾਉਂਦੇ ਆ? ਕੋਈ ਰਾਈਟ ਹੈ ਨਾਕੇ ਲਾਉਣ ਦਾ? ਚੀਫ ਮਿਨਿਸਟਰ ਦੇ ਆਪਣੇ ਚੀਫ ਮਿਨਿਸਟਰ ਕਹਿ ਰਿਹਾ ਕਿ ਮੈਂ 5 ਰੁਪਏ ਰੇਤਾ ਕਰਤਾ। ਮੈਂ ਇੱਕ ਜਗ੍ਹਾ ਦੱਸ ਦੇ ਮੈਨੂੰ ਪੰਜਾਬ 'ਚ, ਚੀਫ ਮਿਨਿਸਟਰ ਆਫਿਸ਼ਲੀ, ਕਿ ਇਸ ਜਗ੍ਹਾ ਜਾਓ ਤੁਹਾਨੂੰ 5 ਰੁਪਏ ਫੁੱਟ ਰੇਤਾ ਮਿਲੂਗਾ, ਇੱਕ ਜਗ੍ਹਾ। ਅੱਜ ਉਹਨਾਂ ਨੇ ਕਿਹਾ ਕਿ ਵੀ ਸੁਖਬੀਰ ਬਾਦਲ ਜੀ ਦੇ ਕੋਲ ਸ਼ਾਇਦ ਇਨਫੋਰਮੇਸ਼ਨ ਨਹੀਂ ਹੈਗੀ, ਪਰ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ। ਉਹਨੂੰ ਕਹੋ ਨੋਟੀਫਿਕੇਸ਼ਨ ਇੱਕ ਜਗ੍ਹਾ ਦੱਸ ਦੇ, ਨੋਟੀਫਿਕੇਸ਼ਨ ਜੋ ਮਰਜ਼ੀ ਕਹਿ ਦੇਣ। ਬਿਆਨ ਚੀਫ ਮਿਨਿਸਟਰ ਕਹਿ ਤਾਂ 5 ਰੁਪਏ, ਮੈਨੂੰ 5 ਰੁਪਏ ਇੱਕ ਜਗ੍ਹਾ ਦੱਸ ਦੇਣ ਕਿ ਇੱਥੇ 5 ਰੁਪਏ ਮਿਲ ਰਿਹਾ। ਖਰੜ ਮੈਨੂੰ ਦੱਸ ਦੇਣ, ਜਿੱਥੇ ਮੋਰਿੰਡਾ, ਜਿੱਥੇ ਆਪਣਾ ਸ਼ਹਿਰ ਹੈ, ਉੱਥੇ ਦੱਸ ਦੇਣ ਕਿ ਇਸ ਦੁਕਾਨ ਤੇ ਇਸ ਲੋਕੇਸ਼ਨ ਤੇ 5 ਰੁਪਏ। ਸੁਖਬੀਰ ਜੀ, ਰੇਤਾ ਮਾਈਨਿੰਗ ਇੰਨੀ ਸੌਖੀ ਇੱਕ ਸਿਸਟਮ ਬਣ ਗਿਆ, ਸੌਖਾ ਸਿਸਟਮ ਬਣ ਗਿਆ ਪੈਸੇ ਕਮਾਉਣ ਦਾ, ਕਿ ਇਹ ਹਰ ਸਰਕਾਰ ਦੇ ਵੇਲੇ ਚੱਲਦਾ ਆਇਆ ਔਰ ਸ਼ਾਇਦ ਚੱਲਦਾ ਰਹੇਗਾ ਜਦ ਤੱਕ ਕਿ ਇੱਕ ਸੋਲਿਡ ਸਿਸਟਮ ਨਹੀਂ ਬਣਦਾ। ਕੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸਰਕਾਰ ਵੇਲੇ ਨਹੀਂ ਹੁੰਦਾ ਸੀਗਾ, ਔਰ ਕੀ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਤੁਹਾਡੀ ਸਰਕਾਰ ਆਈ ਤੁਸੀਂ ਇਹਨੂੰ ਕੱਸ ਲਓਗੇ? ਡਿਫਰੈਂਟ ਸੀ, ਅਸੀਂ ਕੀਤਾ ਸੀ। ਅਸੀਂ ਜਦੋਂ ਟੈਂਡਰ ਕੀਤਾ ਸੀ, ਅਸੀਂ ਕਿਹਾ ਜੋ ਸਭ ਤੋਂ ਸਸਤਾ ਦਊਗਾ ਰੇਤਾ, ਉਹਨੂੰ ਅਸੀਂ ਬਿਡ ਦੇਵਾਂਗੇ। ਸਾਡਾ ਪਰਪਸ ਸੀ ਕਿ ਆਮ ਜਨਤਾ ਨੂੰ ਸਸਤਾ ਮਿਲੇ। ਇਹਨਾਂ ਨੇ ਬਿਡ ਹੋਰ ਕੀਤੀ, ਜਿਹੜਾ ਸਭ ਤੋਂ ਵੱਧ ਟੈਕਸ ਦਊਗਾ ਸਰਕਾਰ ਨੂੰ, ਉਹਨੂੰ ਬਿਡ ਦਿੱਤੀ। ਫਰਕ ਹੈ। ਸਾਡਾ ਇੰਟੈਂਸ਼ਨ ਸੀ ਸਸਤਾ ਕਰਨਾ, ਇਹਨਾਂ ਦਾ ਵੱਧ ਸੀ। ਤੁਸੀਂ ਇਹ ਕਹਿ ਰਹੇ ਹੋ ਕਿ ਜੇ ਟੈਕਸ ਸਭ ਤੋਂ ਵੱਧ ਦਿੱਤਾ ਜਾਏਗਾ ਤਾਂ ਆਬਵੀਅਸਲੀ ਉਸ ਟੈਕਸ ਨੂੰ ਰਿਕਵਰ ਕਰਨ ਲਈ ਰੇਤੇ ਦੀ ਪ੍ਰਾਈਸ ਨੂੰ ਉੱਪਰ ਜਾਣਾ ਪਏਗਾ, ਤੁਸੀਂ ਇਹ ਕਹਿ ਰਹੇ ਹੋ, ਤਾਂ ਕਰਕੇ ਰੇਤਾ ਮਹਿੰਗਾ ਹੋ ਗਿਆ। ਉਹਦੇ 'ਚ ਹੋਰ ਵੀ ਕੰਮ ਕੀਤਾ ਇਹਨਾਂ ਨੇ। ਕੀ ਸਭ ਤੋਂ ਵੱਡੀ ਜਿਹੜੀ ਮਾਫੀਆ ਨੇ ਕੰਮ ਕੀਤਾ, ਜਿਹੜਾ ਤੁਸੀਂ ਇਨਕੁਆਇਰੀ ਕੀਤੀ ਜਾਊਗੀ, ਇਹਨਾਂ ਨੇ ਕੀ ਕੀਤਾ ਤੁਸੀਂ ਦੇਖਿਆ ਹੋਣਾ। 3-4 ਸਾਲ ਪਹਿਲੇ ਰੇਤੇ ਦੀ ਮਾਈਨਸ ਆਕਸ਼ਨ ਕੀਤੀਆਂ, 300 ਕਰੋੜ ਦੀ ਮਾਈਨ ਆਕਸ਼ਨ ਕੀਤੀ, ਤੇ ਉਹਨਾਂ ਨੂੰ ਕਿਹਾ, ਉਹਨੇ ਥੱਲੇ ਲਾਈਨ ਲਿਖਤੀ ਕਿ ਪੇਮੈਂਟ ਉਦੋਂ ਸ਼ੁਰੂ ਹੋਊਗੀ ਜਦੋਂ এনवायरमेंट ਕਲੀਅਰੈਂਸ ਹੋਊਗੀ, ਪਰ ਮਾਈਨਸ ਦਾ ਕਬਜ਼ਾ ਉਹਨਾਂ ਨੇ ਉਸੇ ਦਿਨ ਹੀ ਦੇਤਾ। ਅੱਜ 3 ਸਾਲ 4 ਸਾਲ ਹੋ ਗਏ, ਇੱਕ ਮਾਈਨ ਦੀ ਉਹਨਾਂ ਨੇ এনवायरमेंट ਕਲੀਅਰੈਂਸ ਨਹੀਂ ਲਿਆਂਦੀ। 4 ਸਾਲ ਪੇਮੈਂਟ 1 ਰੁਪਈਆ ਨਹੀਂ ਕੀਤਾ। ਪੰਜਾਬ ਸਰਕਾਰ ਨੂੰ 300 ਕਰੋੜ ਦੇਣਾ ਹੋਣਾ ਸੀ, ਤੇ ਡੇਲੀ ਉੱਥੋਂ ਮਾਈਨਿੰਗ ਹੋ ਰਹੀ ਹੈ। ਇਹ ਤੋਂ ਵੱਡਾ ਘਪਲਾ ਹੋ ਨਹੀਂ ਸਕਦਾ ਜਿੱਡਾ ਵੱਡਾ ਕੀਤਾ ਹੈ, ਐਂਡ ਸਾਰੇ ਅੰਦਰ ਜਾਣਗੇ। ਹੁਣ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਆੜੇ ਹੱਥ ਲੈਂਦੇ ਰਹਿੰਦੇ ਆ, ਜਦ ਦੇਖੋ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਵੀ ਕਿ ਇੱਥੇ ਆ ਨਹੀਂ ਹੋ ਰਿਹਾ, ਇੱਥੇ ਉਹ ਨਹੀਂ ਹੋ ਰਿਹਾ, ਇਹ ਕੀ ਨਜ਼ਰ ਆ ਰਿਹਾ ਤੁਹਾਨੂੰ ਕਿ ਇਹ ਨਵਜੋਤ ਸਿੰਘ ਸਿੱਧੂ ਵੀ ਉਹੀ ਵਾਲੀ ਜਿਹੜੀ ਚੀਜ਼ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਇੰਟਰਨਲੀ ਤੁਸੀਂ ਆਪੋਜੀਸ਼ਨ ਪੈਦਾ ਕਰਕੇ ਰੱਖੋ ਕਿ ਆਪੋਜੀਸ਼ਨ ਨੂੰ ਮੌਕਾ ਨਾ ਮਿਲੇ ਆਪੋਜੀਸ਼ਨ ਕਰਨ ਦਾ, ਕਿ ਇਹ ਹੋ ਰਿਹਾ, ਜਾਂ ਕਿ ਵਾਕਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਚੀਜ਼ਾਂ ਗਲਤ ਲੱਗ ਰਹੀਆਂ, ਜਾਂ ਨਵਜੋਤ ਸਿੰਘ ਸਿੱਧੂ ਦੀ ਕੋਈ ਮਨਸ਼ਾ ਹੈ ਕਿ ਮੈਂ ਕੁਝ ਕਰਨਾ ਚਾਹ ਰਿਹਾ ਜਿਹੜੀ ਚੀਜ਼ ਕਰਕੇ ਮੈਂ ਚਰਨਜੀਤ ਸਿੰਘ ਚੰਨੀ ਨੂੰ ਅਪੋਜ਼ ਕਰਾਂ? ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦਾ ਚੀਫ ਮਿਨਿਸਟਰ, ਹਰ ਕੋਈ ਬਣਨਾ ਚਾਹੁੰਦਾ ਹੈ। ਉਹ ਸੋਚਦਾ ਹੈ ਕਿ ਉਹ ਬਰਦਾਸ਼ਤ ਨਹੀਂ ਹੋ ਰਿਹਾ ਉਹਦੇ ਤੋਂ ਕਿ ਚੰਨੀ ਬਣ ਗਿਆ।
ਤੁਸੀਂ ਦੇਖ ਲਿਆ ਹੋਣਾ, ਹਰ ਰੋਜ਼ ਉਹਦਾ ਇੱਕੋ ਇੰਟੈਂਸ਼ਨ ਹੈ ਚੰਨੀ ਨੂੰ ਡਾਊਨ ਕਰਨਾ। ਇੱਕ ਚੀਫ ਮਿਨਿਸਟਰ ਇੱਕ ਡੀਜੀਪੀ ਲਾਉਂਦਾ ਹੈ, ਹੂ ਇਜ਼ ਪ੍ਰੈਜ਼ੀਡੈਂਟ ਆਫ ਅ ਪਾਰਟੀ ਟੂ ਸੇ ਕਿ ਉਹਨੂੰ ਲਾਓ, ਕਿਉਂ ਲਾ ਰਿਹਾ। ਇੱਕ ਚੀਫ ਮਿਨਿਸਟਰ ਆਪਣਾ ਏਜੀ ਲਾਉਂਦਾ ਹੈ, ਹੂ ਇਜ਼ ਨਵਜੋਤ ਸਿੱਧੂ ਟੂ ਸੇ ਤੁਸੀਂ ਨਹੀਂ ਲਾਉਣਾ। ਐਸਐਸਪੀ ਲੱਗ ਰਿਹਾ ਹੈ, ਚੰਨੀ ਨੂੰ ਪੁੱਛਿਆ ਨਹੀਂ ਜਾ ਰਿਹਾ, ਨਵਜੋਤ ਸਿੱਧੂ ਡਾਇਰੈਕਟ ਕਰ ਰਿਹਾ ਹੈ। ਨਵਜੋਤ ਸਿੱਧੂ ਰੋਜ਼ ਹੀ ਚੰਨੀ ਨੂੰ ਕਹਿ ਰਿਹਾ ਇਨਕੰਪੀਟੈਂਟ। ਅੱਜ ਉਹਨੇ ਇੱਕ ਆ ਕਹਿਤਾ, ਉਹ ਕਹਿੰਦਾ ਸੀ ਪਹਿਲੇ 70 ਦੀ ਰਿਸ਼ਤਾ ਸੀ ਕਾਂਗਰਸ ਕਾਲੀਆਂ ਦਾ ਤੇ ਹੁਣ ਕਹਿੰਦਾ ਚੰਨੀ ਵੀ ਰਲ ਗਿਆ ਬਾਦਲਾਂ ਨਾਲ। ਪਹਿਲੇ ਨਵਜੋਤ ਸਿੱਧੂ ਕਹਿੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਰਲ ਗਿਆ, ਅੱਜ ਉਹਦਾ ਬਿਆਨ ਆ ਗਿਆ ਕਹਿੰਦਾ ਬਾਦਲ ਨਾਲ ਚੰਨੀ ਵੀ ਰਲ ਗਿਆ। ਤੇ ਫਿਰ ਕੀ ਹੈ ਚੰਨੀ ਦਾ? ਤੁਸੀਂ ਦੇਖ ਲਓ ਨਵਜੋਤ ਸਿੱਧੂ ਦਾ ਡੇਲੀ ਅਟੈਕ ਉਹ ਆਪਣੀ ਸਰਕਾਰ ਤੇ ਹੈ। ਜਿਹੜਾ ਪ੍ਰਧਾਨ ਆਪਣੀ ਸਰਕਾਰ ਨੂੰ ਪਸੰਦ ਨਹੀਂ ਕਰਦਾ, ਫਿਰ ਪ੍ਰਧਾਨ ਰਹਿਣ ਦੀ ਕੀ ਲੋੜ ਆ ਉੱਥੇ? ਨਵਜੋਤ ਸਿੰਘ ਸਿੱਧੂ ਦੀ ਜਿਹੜਾ ਸਟਾਈਲ ਹੈ ਪੋਲਿਟਿਕਸ ਕਰਨ ਦਾ, ਸਟਰੋਂਗ ਸਟੇਟਮੈਂਟਸ ਦੇਣ ਦਾ ਕਿ ਮੈਂ ਸੁਖ ਵਿਲਾਸ ਨੂੰ ਖਤਮ ਕਰਕੇ ਇੱਥੇ ਸਕੂਲ ਬਣਾ ਦਾਂਗਾ, ਮੈਂ ਆ ਕਰ ਦਾਂਗਾ, ਮੈਂ ਇਹਨੂੰ ਅੰਦਰ ਦੇ ਦਾਂਗਾ, ਮੈਂ ਆ ਕਰ ਦਾਂਗਾ, ਇੱਕ ਜਿਹਨੂੰ ਕਹਿੰਦੇ ਨੇ ਇੱਕ ਰਫ ਸਟਾਈਲ ਪੋਲਿਟਿਕਸ ਦਾ, ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਤੁਸੀਂ ਵੀ ਇਸ ਸਟਾਈਲ ਨੂੰ ਸਪੋਰਟ ਕਰਦੇ ਹੋ? ਕੀ ਤੁਸੀਂ ਇਸ ਸਟਾਈਲ ਨੂੰ ਕਦੇ ਅਪਣਾਇਆ ਕਿ ਮੈਂ ਇਸ ਤਰੀਕੇ ਨਾਲ ਗੱਲ ਕਰਾਂ, ਤੂੰ ਤੜਾਕ ਕਰਕੇ ਇੱਕ ਜਿਹੜਾ ਸਟਾਈਲ ਹੁੰਦਾ ਹੈ? ਪੰਜਾਬ ਨੂੰ ਇੱਕ ਸਟੇਬਲ ਮੁੱਖ ਮੰਤਰੀ ਦੀ ਲੋੜ ਹੈ, ਕੋਈ ਮੈਂਟਲ ਮੁੱਖ ਮੰਤਰੀ ਦੀ ਨਹੀਂ। ਅੱਜ ਸਿੱਧੂ ਹੈ ਨਾ, ਮੈਂਟਲ ਸਿੱਧੂ ਹੈ, ਇਹਦਾ ਨਾਮ ਹੈ ਅੱਜ ਤੋਂ ਮੈਂਟਲ ਸਿੱਧੂ ਰਾਤਾ। ਇਹਦਾ ਕੋਈ ਪਤਾ ਨਹੀਂ, ਮੈਂਟਲ ਹੈ। ਤੁਹਾਨੂੰ ਡੇਲੀ ਪਤਾ ਨਹੀਂ ਕੱਲ ਕੀ ਹੋਊਗਾ ਇਹਦੇ ਨਾਲ। ਹਰ ਰੋਜ਼ ਹੁਣ ਇਹਦਾ ਇੱਕੋ ਹੀ ਟਾਰਗੇਟ ਹੈ, ਮੈਂ ਤੁਹਾਨੂੰ ਅੱਜ ਵੀ ਦੇਣਾ, ਕਾਂਗਰਸ ਪਾਰਟੀ ਨੂੰ ਆ ਡਿਸਟਰੋਏ ਕਰਕੇ ਜਾਊਗਾ ਅਗਲੇ ਇਲੈਕਸ਼ਨ। ਕਾਂਗਰਸ ਪਾਰਟੀ ਨੂੰ ਨਹੀਂ ਪਤਾ ਲੱਗ ਰਿਹਾ? ਮੈਂ ਤਾਂ ਆਪ ਹੈਰਾਨ, ਜਾਂ ਉਹ ਫਸੇ ਹੋਏ ਹੈ ਕਿ ਵੀ ਮਤਲਬ ਕਿਉਂ ਤੁਸੀਂ ਕਹਿ ਰਹੇ ਹੋ ਜੀ? ਜਾਂ ਤਾਂ ਉਹਨਾਂ ਨੂੰ ਪਤਾ ਹੈ ਜਾਂ ਇਹ ਪਲਾਨ ਹੈ, ਇੱਕ ਉਹ ਸਮਝੇ ਬੈਠੇ ਹੈ ਕਿ ਇਹ ਫਸ ਗਏ। ਕੋਈ ਵੀ ਸਮਝ ਲੂਗਾ। ਮੈਂ ਤੁਹਾਨੂੰ ਦੱਸਾਂ, ਐਜ਼ ਤੁਸੀਂ ਵੀ ਘਰੇ ਬੈਠੇ ਹੋ ਨਾ, ਸੋਚੋਗੇ ਯਾਰ ਕਾਂਗਰਸ ਨੂੰ ਇਹ ਜਿਹਾ ਬੰਦਾ ਕਿਵੇਂ ਮਿਲ ਗਿਆ। ਸਾਰੇ ਹੀ ਕਾਮਨ ਮੈਨ ਵੀ ਆ ਕਹਿ ਰਿਹਾ ਸਹੀ ਮੈਨ ਤੇ ਮੈਂਟਲ ਸਿੱਧੂ ਹੈ। ਹੁਣ ਜਿਹੜਾ ਕੀ ਇਹ ਜਿਹਾ ਬੰਦਾ ਬਾਰਡਰ ਸਟੇਟ ਹੈ, ਪਾਕਿਸਤਾਨ ਜਾ ਕੇ ਇਮਰਾਨ ਖਾਨ ਦੀ ਤਾਰੀਫ ਕਰਦਾ, ਜਨਰਲ ਬਾਜਵਾ ਦੀ ਕਰਦਾ ਹੈ, ਉਹ ਮੈਂਟਲ ਬੰਦਾ ਹੀ ਕਰੂਗਾ ਨਾ। ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਹੋ, ਇੱਕ ਦੇਸ਼ ਤੁਹਾਡਾ ਦੁਸ਼ਮਣ ਹੈ, ਦੇਸ਼ ਦਾ ਸਾਡੇ ਰੋਜ਼ ਹਜ਼ਾਰਾਂ ਆਪਣੇ ਲੋਕਾਂ ਨੂੰ ਇੱਥੇ ਤਬਾਹ ਕਰ ਰਿਹਾ। ਡਰੱਗਸ ਸਭ ਤੋਂ ਵੱਡਾ, ਜੇ ਤੁਸੀਂ ਕਹਿੰਦਾ ਡਰੱਗ ਮਾਫੀਆ ਹੈ, ਸਭ ਤੋਂ ਵੱਡਾ ਡਰੱਗਸ ਭੇਜਣ ਵਾਲਾ ISI ਹੈ। ਜੇ ਜਨਰਲ ਬਾਜਵੇ ਨੂੰ ਇਹਨੇ ਜੱਫੀ ਪਾਈ ਸੀ, ਸਾਰੀ ਡਰੱਗਸ ਉਹ ਭੇਜਦੇ ਹਿੰਦੁਸਤਾਨ 'ਚ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਨਾਰਕੋ ਟੈਰਰਿਜ਼ਮ ਦੇ ਥਰੂ ਬਰਬਾਦ ਕਰਨ ਦਾ, ਤੇ ਉਹਨੂੰ ਜੱਫੀ ਪਾਉਂਦਾ ਹੈ। ਸੋ ਜਿਹੜਾ ਬੰਦਾ ਇੰਨਾ ਅਨਸਟੇਬਲ ਹੋਏ, ਉਹ ਸੂਬੇ ਦੀ ਅਗਵਾਈ ਕਰੋਗੇ, ਪਤਾ ਨਹੀਂ ਕੀ ਹੋ ਸਕਦਾ ਹੈ। ਪਰ ਇਹਨਾਂ ਨੇ ਤਾਂ ਆਪਣੀ ਰੈਜ਼ਿਗਨੇਸ਼ਨ ਭੇਜੀ ਸੀਗੀ ਕਾਂਗਰਸ ਹਾਈ ਕਮਾਂਡ ਨੂੰ, ਜਿਹੜੀ ਰਿਜੈਕਟ ਹੋ ਗਈ ਕਿ ਵੀ ਅਸੀਂ ਕੰਟੀਨਿਊ ਕਰਨਾ ਚਾਹ ਰਹੇ ਹਾਂ ਨਵਜੋਤ ਸਿੰਘ ਸਿੱਧੂ ਨਾਲ। ਤਾਂ ਇਸ ਦਾ ਮਤਲਬ ਕੁਝ ਸੋਚ ਕੇ ਉਹ ਕੰਟੀਨਿਊ ਕਰ ਰਹੇ। ਯਾਰ ਕਾਂਗਰਸ ਕਿਉਂ ਮੌਕਾ ਤਾਂ ਸੀਗਾ। ਕਾਂਗਰਸ ਕਿਉਂ ਖਤਮ ਹੋ ਗਈ ਹੈ? ਕਾਂਗਰਸ ਦੇ ਵਿੱਚ ਅੱਜ ਅੱਧਾ ਹੀ ਕਾਂਗਰਸ ਗਾਂਧੀ ਪਰਿਵਾਰ ਦੇ ਖਿਲਾਫ ਕਿਉਂ ਖੜੀ ਹੋ ਗਈ ਹੈ? ਕਿਉਂਕਿ ਐਜ ਇਨ ਰੈਸ਼ ਡਿਸੀਜਨਸ ਲੈ ਰਹੇ ਹੈ, ਐਜ ਗਲਤ ਡਿਸੀਜਨ ਲਿੱਤੇ ਹੈ ਕਿ ਕਾਂਗਰਸ ਖਤਮ ਹੋ ਰਹੀ ਹੈ। ਜੇ ਨਵਜੋਤ ਸਿੰਘ ਸਿੱਧੂ ਵਰਗੇ ਨੂੰ ਤੁਸੀਂ ਪ੍ਰਧਾਨ ਬਣਾਓਗੇ, ਤੁਸੀਂ ਆਪਣਾ ਹੀ ਗਰੇਵ, ਤੁਸੀਂ ਆਪਣੀ ਕਾਂਗਰਸ ਨੂੰ ਖਤਮ ਕਰਨ ਵਾਸਤੇ ਲੱਗੇ ਹੋ। ਮੈਨੂੰ ਲੱਗਦਾ ਸੈਂਟਰਲ ਲੀਡਰਸ਼ਿਪ ਆਪਣੀ ਕਾਂਗਰਸ ਨੂੰ ਡਿਸਟਰੋਏ ਕਰਨ ਤੇ ਲੱਗੀ ਹੈ। ਮੈਨੂੰ ਪੁੱਛਣ ਦੀ ਲੋੜ ਨਹੀਂ, ਮੈਂ ਆਪੋਜੀਸ਼ਨ ਦਾ ਲੀਡਰ ਹਾਂ। ਤੁਸੀਂ ਕਿਸੇ ਪਾਰਟੀ ਦੇ ਲੀਡਰ, ਫੋਰਗੇਟ ਪਾਰਟੀ, ਆਮ ਸ਼ਹਿਰ ਚਲੇ ਜਾਓ ਕਿ ਨਵਜੋਤ ਸਿੰਘ ਸਿੱਧੂ ਕੀ ਹੈ, ਸਾਰੇ ਕਹਿਣਗੇ ਮੈਂਟਲ ਸਿੱਧੂ ਹੈ। ਸੁਖਬੀਰ ਜੀ, ਕਿਸਾਨੀ ਅੰਦੋਲਨ ਜਿਸ ਕਰਕੇ ਸ਼ੁਰੂ ਹੋਇਆ ਸੀਗਾ, ਜਿਹੜੇ ਖੇਤੀ ਕਾਨੂੰਨ ਸੀਗੇ, ਉਹ ਖੇਤੀ ਕਾਨੂੰਨ ਵਾਪਸ ਲੈ ਲਿੱਤੇ ਗਏ ਹੈ। ਪ੍ਰਾਈਮ ਮਿਨਿਸਟਰ ਮੋਦੀ ਨੇ ਬਿਲਕੁਲ ਕਲੀਅਰ ਕਰਤਾ, ਮੈਟਰ ਕੈਬਨਿਟ ਵਿੱਚ ਵੀ ਆ ਗਿਆ। ਹੁਣ ਜਦ ਇਸ ਟਾਈਪ ਦੀ ਗੱਲ ਹੋਈ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਨੂੰ ਹੁਣ ਵਾਪਸ ਪਰਤ ਜਾਣਾ ਚਾਹੀਦਾ? ਉਹ ਕਹਿ ਰਹੇ ਕਿ ਅਸੀਂ ਵੇਟ ਕਰਾਂਗੇ ਜਦ ਤੱਕ ਕਿ ਸਾਨੂੰ ਕੰਪਲੀਟਲੀ ਕਲੀਅਰ ਨਹੀਂ ਹੁੰਦਾ, ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਕਿ ਕਾਨੂੰਨ ਵਾਪਸ ਹੋ ਗਏ। ਪਲੱਸ ਉਹਨਾਂ ਦੀ ਕੁਝ ਨਵੀਂ ਡਿਮਾਂਡਸ ਆ ਗਈਆਂ, ਜਿਹਨੂੰ ਕਹਿੰਦੇ ਕਿ ਇੱਕ ਗੋਲ ਪੋਸਟ ਨੂੰ ਚੇਂਜ ਕਰਨਾ। ਪਹਿਲਾਂ ਇੱਕ ਗੋਲ ਪੋਸਟ ਸੀਗਾ, ਹੁਣ ਇੱਕ ਹੋਰ ਬਣਾਤਾ, ਇੱਕ ਹੋਰ ਟਾਰਗੇਟ ਬਣਾਤਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਸਾਨੀ ਦੀ ਬਹੁਤ ਵੱਡੀ ਜਿੱਤ ਹੋਈ ਹੈ, ਜਿਹੜੇ ਕਾਲੇ ਕਾਨੂੰਨ ਬੰਦ ਹੋ ਗਏ। ਜੋ ਅਸੀਂ ਮੋਦੀ ਸਾਹਿਬ ਨੂੰ ਕਹਿ ਰਹੇ ਸੀ ਪਹਿਲੇ ਦਿਨ, ਉਹੀ ਗੱਲ ਹੋਈ। ਤੇ ਇੱਥੇ ਜਿਹੜੀ ਗੱਲ ਹੈ ਕਿ ਕਿਸਾਨ ਜਿਹੜੇ ਯੂਨੀਅਨ ਦੇਖ ਰਹੇ ਹੋਣੇ ਹੈ ਕਿ ਜਦੋਂ ਤੱਕ ਆ ਪਾਰਲੀਮੈਂਟ 'ਚ ਨਹੀਂ ਐਕਟ ਵਾਪਸ ਹੁੰਦਾ, ਜਿਵੇਂ ਐਕਟ ਬੰਦਾ ਪਾਰਲੀਮੈਂਟ 'ਚ ਹੈ, ਕੈਬਨਿਟ 'ਚ ਪਹਿਲੇ ਵੀ ਅਸੀਂ ਕੈਬਨਿਟ ਕਿਹਾ ਸੀ, ਕੈਬਨਿਟ ਦਾ ਮਤਲਬ ਨਹੀਂ ਹੈ ਕਿ ਵਾਪਸ ਹੋ ਗਿਆ। ਆ ਐਕਟ ਆਫੀਸ਼ੀਅਲੀ ਵਾਪਸ ਹੋਊਗਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਊਗਾ। ਮੈਨੂੰ ਲੱਗਦਾ ਜਿਹੜੇ ਕਿਸਾਨ ਜਥੇਬੰਦੀਆਂ ਉਹ ਵੇਟ ਕਰ ਰਹੀਆਂ, ਜਦੋਂ ਪਾਰਲੀਮੈਂਟ ਵਿੱਚ ਆਫੀਸ਼ੀਅਲੀ ਹੋ ਜਾਊਗਾ
ਉਹਦੇ ਬਾਅਦ ਉਹ ਫੈਸਲਾ ਲੈਣਗੇ। ਤੁਹਾਨੂੰ ਕਾਫੀ ਖਾਮਿਆਜ਼ਾ ਭੁਗਤਣਾ ਪਿਆ ਇਸ ਚੀਜ਼ ਦਾ, ਇਨ ਕਾਨੂੰਨਾਂ ਦਾ, ਕਿਉਂਕਿ ਤੁਸੀਂ ਬੀਜੇਪੀ ਦੇ ਨਾਲ ਸੀਗੇ ਉਸ ਵੇਲੇ। ਉਹ ਸਾਰੀ ਚੀਜ਼ ਸਾਨੂੰ ਪਤਾ ਕਿ ਤੁਸੀਂ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਨੂੰ ਸਾਡੀ ਨੌਲੇਜ ਵਿੱਚ ਰੱਖੋ, ਸਾਨੂੰ ਇਨਫੋਰਮ ਕਰਕੇ ਰੱਖੋ, ਉਹਨਾਂ ਨੇ ਨਹੀਂ ਕੀਤਾ। ਤੁਹਾਡਾ ਇਹ ਕਹਿਣਾ ਹੈ ਕਿ ਨਹੀਂ ਤਾਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਚੀਜ਼ ਇਸ ਤਰੀਕੇ ਨਾਲ ਨਾ ਕਰੋ, ਪਰ ਤੁਹਾਡੀ ਪਿੱਠ ਤੇ ਉਹਨਾਂ ਨੇ ਛੁਰਾ ਘੋਂਪਿਆ, ਤੁਸੀਂ ਇਹ ਕਹਿ ਰਹੇ ਹੋ। ਹੁਣ ਜਦ ਤੁਸੀਂ ਦੇਖਦੇ ਹੋ ਕਿ ਕਾਨੂੰਨ ਵਾਪਸ ਹੋ ਗਏ, ਜਿਸ ਤਰੀਕੇ ਦਾ ਪ੍ਰੋਟੈਸਟ ਚੱਲਿਆ, ਤੁਹਾਨੂੰ ਇੱਕ ਸੈਂਸ ਆਫ ਸੈਟੀਸਫੈਕਸ਼ਨ ਹੋ ਰਹੀ ਹੈ ਕਿ ਜੋ ਅਸੀਂ ਕਿਹਾ ਸੀਗਾ ਉਹ ਹੋਇਆ? ਜੇ ਪਹਿਲਾਂ ਹੀ ਸੁਣ ਲੈਂਦੇ ਤਾਂ ਸ਼ਾਇਦ ਇਹ ਸਿਚੁਏਸ਼ਨ ਨਾ ਆਉਂਦੀ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਮੈਂ ਤੁਹਾਡੀ ਤੁਸੀਂ ਗੱਲ ਸਹੀ ਕਹੀ ਕਿ ਉਹ ਸੈਂਸ ਆਫ ਸੈਟੀਸਫੈਕਸ਼ਨ ਹੈ ਕਿ ਅਸੀਂ ਜੋ ਕਿਹਾ ਸੀ ਉਹ ਕੱਲ ਸੱਚੀ ਹੋਈ। ਮੈਂ ਪ੍ਰਾਈਮ ਮਿਨਿਸਟਰ ਮੋਦੀ ਨੂੰ ਆਪ ਕਿਹਾ, ਇਕੱਲੇ ਸੀ ਅਸੀਂ ਕਮਰੇ 'ਚ, ਮੈਂ ਕਿਹਾ ਮੋਦੀ ਸਾਹਿਬ, ਪੰਜਾਬ ਦੀ ਜਨਤਾ, ਦੇਸ਼ ਦੇ ਕਿਸਾਨਾਂ ਨੇ ਆ ਸੰਘਰਸ਼ ਲਗਾਤਾਰ ਰੱਖਣਾ ਹੈ ਜਿੰਨਾ ਤੁਸੀਂ ਵਾਪਸ ਨਹੀਂ ਲੈਂਦੇ। ਤੇ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਨਾ ਕਰੋ, ਤੁਸੀਂ ਪਹਿਲੇ ਦੇਖ ਲਓ ਕਾਨੂੰਨ, ਭਾਵੇਂ 6 ਮਹੀਨੇ ਲੇਟ ਬਾਅਦ ਬਣਾ ਲਿਓ, ਪਰ ਸਹਿਮਤੀ ਲਓ ਕਿਸਾਨਾਂ ਦੀ। ਜੇ ਕਾਨੂੰਨ ਨਹੀਂ ਚਾਹੁੰਦੇ ਤਾਂ ਫਿਰ ਨਹੀਂ ਬਣਾਉਣੇ ਚਾਹੀਦੇ, ਪਰ ਉਹਨਾਂ ਨੇ ਧੱਕਾ ਕੀਤਾ ਤੇ ਅੱਜ ਉਹਨਾਂ ਨੂੰ ਭੁਗਤਣਾ ਪਿਆ। ਜੋ ਅਸੀਂ ਕਹਿੰਦੇ ਸੀ ਉਹੀ ਹੋਇਆ। ਮੈਂ ਅੱਜ ਤੁਹਾਡੇ ਜਰੀਏ ਮੈਂ ਵਧਾਈ ਦੇਣਾ ਚਾਹੁੰਦਾ ਸਮੁੱਚੀ ਫਾਰਮਰਸ, ਸਾਰੇ ਫਾਰਮਰਸ ਨੂੰ। ਆ ਲੜਾਈ ਫਾਰਮਰ ਨੇ ਵੀ ਲੜੀ ਤੇ ਆਮ ਜਨਤਾ ਨੇ ਵੀ ਲੜੀ। ਆਮ ਜਨਤਾ ਨੇ ਬਹੁਤ ਵੱਡੇ ਪੱਧਰ ਤੇ ਸਪੋਰਟ ਦਿੱਤਾ। ਅਸੀਂ ਵੀ ਐਜ਼ ਅਕਾਲੀ ਦਲ ਜੋ ਅਸੀਂ ਯੋਗਦਾਨ ਪਾ ਸਕਦੇ ਸੀ, ਅਸੀਂ ਇਸ ਹਿੱਸਾ, ਅਸੀਂ ਆਪਣੀ ਅਲਾਇੰਸ ਤੋੜੀ, ਅਸੀਂ ਆਪਣੀ ਮਿਨਿਸਟਰ ਵਿਡਰਾਅ ਕੀਤਾ, ਰਿਜ਼ਾਈਨ ਕੀਤੇ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵਾਪਸ ਕੀਤਾ। ਤੇ ਸਾਡੇ ਵਰਕਰਾਂ ਨੂੰ ਮੈਂ ਵਧਾਈ ਦੇਣਾ ਚਾਹਣਾ, ਉਹਨਾਂ ਨੇ ਵੀ ਬਹੁਤ ਵੱਡਾ ਯੋਗਦਾਨ ਦਿੱਤਾ। ਸੁਖਬੀਰ ਜੀ, ਤੁਸੀਂ ਬਹੁਤ ਕੁਝ ਕੀਤਾ। ਤੁਸੀਂ ਅਲਾਇੰਸ ਤੋੜਤੀ, ਤੁਸੀਂ ਪਦਮ ਭੂਸ਼ਣ ਵਾਪਸ ਕਰਤੇ, ਤੁਸੀਂ ਆਪਣਾ ਪੂਰਾ ਆਪੋਜੀਸ਼ਨ ਦਿਖਾਇਆ, ਤੁਸੀਂ ਦੱਸਿਆ ਕਿ ਵੀ ਇਹ ਚੀਜ਼ ਜਿਹੜੀ ਹੈਗੀ ਇਹ ਗਲਤ ਹੋ ਰਹੀ ਹੈ। ਪਰ ਉਹਦੇ ਬਾਵਜੂਦ ਵੀ ਕਿਸਾਨ ਇਸ ਗੱਲ ਨੂੰ ਸ਼ਾਇਦ ਸਮਝ ਨਹੀਂ ਪਾਏ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਰਿਹਾ। ਤੁਹਾਨੂੰ ਹੱਲੇ ਵੀ ਕਾਲੇ ਝੰਡੇ ਦਿਖਾਏ ਜਾਂਦੇ, ਤੁਹਾਡੇ ਅਗੇਂਸਟ ਉਹ ਸਟੈਂਡ ਹੁੰਦੇ। ਉਹ ਕਿਉਂ ਇਦਾਂ ਦੀ ਗੱਲ ਕਿਉਂ ਹੋ ਰਹੀ ਹੈ ਕਿ ਕਿਸਾਨ ਸਾਰੇ ਤੁਹਾਡੇ ਅਗੇਂਸਟ ਚੱਲ ਰਹੇ ਹੈ, ਜਾਂ ਕਿਸਾਨਾਂ ਦੀ ਕੁਝ ਜਥੇਬੰਦੀਆਂ ਤੁਹਾਡੇ ਅਗੇਂਸਟ ਚੱਲ ਰਹੀਆਂ, ਜਾਂ ਕਿਸਾਨਾਂ ਦੇ ਕੁਝ ਆਗੂ ਚੱਲ ਰਹੇ ਹੈ, ਜਾਂ ਥੋੜੇ ਬਹੁਤ ਕਿਸਾਨ ਚੱਲ ਰਹੇ? ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? 95% ਕਿਸਾਨ, ਜੋ ਕਿਸਾਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ। ਜਿਹੜੇ ਆ ਲੋਕ ਹੈ, ਆ ਉਹ ਲੋਕ ਹੈ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ, ਜਿਵੇਂ ਮੈਂ ਬਾਘਾ ਪੁਰਾਣਾ ਹਲਕਾ ਗਿਆ, ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਤੇ ਆਮ ਦਾ ਉਮੀਦਵਾਰ, ਉਹਨਾਂ ਨੇ ਕਾਲੇ ਝੰਡੇ ਲੈ ਕੇ ਬੰਦੇ ਖੜੇ ਕਰਤੇ। ਬਾਘਾ ਪੁਰਾਣਾ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਉਹ ਆਪ ਉਹਦੇ ਨਾਲ ਸੀ ਕਰਾਊਡ ਦੇ ਵਿੱਚ। ਜਿਵੇਂ ਮੈਂ ਉਧਰ ਨਵਾਂ ਸ਼ਹਿਰ ਸਾਈਡ ਤੇ ਗਿਆ, ਜਿਹੜਾ ਕਾਂਗਰਸ ਦੇ ਐਮਸੀ ਲੀਡਰ ਉਹ ਵਿੱਚ ਖੜੇ ਹੈ। ਫਿਰੋਜ਼ਪੁਰ ਜਦੋਂ ਹੋਇਆ ਹੁਣੀ ਚੱਲੀ ਹੈ, ਫਿਰ ਅਕਾਲੀ ਕਿਸਾਨ ਵੀ ਖੜੇ ਹੁੰਦੇ ਕਾਲੇ ਝੰਡਿਆਂ ਨੂੰ ਲੈ ਕੇ ਇਹਨਾਂ ਨੂੰ ਪ੍ਰੋਟੈਸਟ ਕਰਨ ਲਈ। ਤੁਸੀਂ ਮੈਂ ਕਿਸਾਨ ਕਿਹੜੇ ਅਕਾਲੀ ਕਿਸਾਨ ਕਹ ਰਹੇ? ਨਹੀਂ, ਮੈਂ ਕਹਿ ਰਿਹਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਸਪੋਰਟਡ ਕਿਸਾਨ ਕਾਲੇ ਝੰਡੇ ਦਿਖਾਉਂਦੇ ਅਕਾਲੀ ਲੀਡਰਸ ਨੂੰ, ਕਿ ਅਕਾਲੀਆਂ ਦੇ ਸਪੋਰਟਡ ਕਿਸਾਨ ਵੀ ਕਾਲੇ ਝੰਡੇ ਦਿਖਾਉਂਦੇ ਕਾਂਗਰਸ ਦੇ ਲੀਡਰਸ ਨੂੰ? ਬਿਲਕੁਲ ਨਹੀਂ। ਅੱਜ ਤੱਕ ਸਾਡੀ ਆ ਪਾਲਿਸੀ ਨਹੀਂ ਹੈ। ਸਾਡੀ ਪੋਜ਼ਿਟਿਵ ਪਾਲਿਸੀ ਹੈ, ਡਿਸਟਰਪਟਿਵ ਪਾਲਿਸੀ ਨਹੀਂ ਹੈ। ਤੁਸੀਂ ਮੇਰੇ ਹਰ ਹਲਕੇ ਦੇਖੋ 10-10 ਹਜ਼ਾਰ ਦੇ ਇਕੱਠ ਹੋ ਰਿਹਾ ਹੈ, ਉਹ ਸਾਰੇ ਕਿਸਾਨ ਹੀ ਹੈ ਜਿਹੜੇ ਹੈਗੇ। ਸੋ ਆ ਗਲਤ ਜਿਹੜੇ ਇੱਕ ਝੰਡੇ ਨੂੰ ਰੈਫਰੈਂਸ, ਅੱਜ ਕੱਲ ਝੰਡੇ ਆ ਮਾਰਕੀਟ 'ਚ ਮਿਲ ਜਾਂਦੇ ਆ। ਸੋ ਆ ਹੁਣ ਫੈਸ਼ਨ ਬਣ ਗਿਆ ਕਿ ਜਿਹੜੇ ਝੰਡੇ ਚੱਕੋ ਤੇ ਦਿਖਾ ਦਿਓ, ਤੁਹਾਨੂੰ ਪੁਲਿਸ ਕੁਛ ਕਰੂਗੀ ਨਹੀਂ ਤੇ ਤੁਹਾਨੂੰ ਜਮਾ ਸਟੇਜ ਤੇ ਕੋਲ ਲਾਉਣ ਕਰ ਦੇਣਗੇ। ਸੋ ਆ ਜਿਹੜਾ ਟ੍ਰੈਂਡ ਹੈ ਬੜਾ ਗਲਤ ਹੈ, ਜਿਹੜਾ ਹੋਣਾ ਨਹੀਂ ਚਾਹੀਦਾ। ਲੜਾਈ ਦਿੱਲੀ ਸਰਕਾਰ ਨਾਲ ਹੈ, ਆਪਣੇ ਘਰ 'ਚ ਲੜਾਈ ਨਹੀਂ ਹੈ। ਸੁਖਬੀਰ ਜੀ, ਕਿਸਾਨੀ ਮਸਲੇ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਐਮਐਸਪੀ, ਮਿਨੀਮਮ ਸਪੋਰਟ ਪ੍ਰਾਈਸ। ਕੀ ਤੁਸੀਂ ਐਮਐਸਪੀ ਨੂੰ ਇੱਕ ਲੀਗਲ ਗਾਰੰਟੀ ਬਣਾਉਣ ਦੇ ਫੇਵਰ ਚੋ, ਤੁਸੀਂ ਉਹਦੇ ਪੱਖ ਚੋ? 100%। ਉਹਦੇ ਬਾਰੇ ਸਰਕਾਰ ਇਹ ਕਹਿੰਦੀ ਹੈ, ਹੁਣ ਖੱਟਰ ਸਾਹਿਬ ਨੇ ਵੀ ਇਹ ਕਿਹਾ ਕਿ ਜੇ ਇਹਨੂੰ ਅਸੀਂ ਇੱਕ ਲੀਗਲ ਗਾਰੰਟੀ ਬਣਾਉਂਦੇ ਹਾਂ ਤਾਂ ਸਰਕਾਰ ਤੇ ਪ੍ਰੈਸ਼ਰ ਬਹੁਤ ਪੈ ਜਾਏਗਾ, ਸਰਕਾਰ ਫਸ ਜਾਏਗੀ, ਸਰਕਾਰ ਤੇ ਪ੍ਰੈਸ਼ਰ ਹੋਏਗਾ ਕਿ ਕਿਸ ਤਰੀਕੇ ਨਾਲ ਅਸੀਂ ਇਸ ਟਾਈਪ ਦੀ ਪੇਮੈਂਟ ਕਰੀਏ। ਕੀ ਤੁਹਾਨੂੰ ਲੱਗਦਾ ਕਿ ਇਹ ਵਾਇਬਲ ਹੈ, ਇਹ ਹੋ ਸਕਦਾ? ਵਾਈ ਨਾਟ? ਐਮਐਸਪੀ ਨੂੰ ਲੀਗਲ ਗਾਰੰਟੀ ਬਣਾਉਣਾ। ਸਰਕਾਰ ਫੂਡ ਗ੍ਰੇਨਸ ਖਰੀਦਦੀ ਹੈ, ਬਾਕੀ ਸਟੇਟਾਂ 'ਚ ਵੰਡਦੀ ਹੈ, ਸਰਕਾਰ ਪਰਚੇਸ ਕਰਦੀ ਹੈ, ਤੇ ਐਮਐਸਪੀ ਕਿਉਂ ਨਹੀਂ ਦੇ ਸਕਦੀ? ਤੁਸੀਂ ਪੰਜਾਬ ਵਿੱਚ ਇਹਨੂੰ ਗਾਰੰਟੀ ਕਰੋਗੇ? ਪੰਜਾਬ ਤਾਂ ਗਾਰੰਟੀ ਹੈ। ਆ ਜਿਹੜੀ ਐਮਐਸਪੀ ਦੀ ਗਾਰੰਟੀ ਹੈ, ਅਸੀਂ ਵੈਜੀਟੇਬਲ, ਕਿਉਂਕਿ ਰਾਈਸ ਤੇ ਝੋਨਾ ਤੇ ਕਣਕ ਦੀ ਗਾਰੰਟੀ ਐਮਐਸਪੀ ਦੀ ਪੰਜਾਬ 'ਚ ਹੈ। ਉਹੀ ਮੈਂ ਕਹਿ ਰਿਹਾ ਕਿ ਕੁਝ ਚੀਜ਼ਾਂ ਤੇ ਹੈ, ਪਰ ਅਸੀਂ ਸਬਜ਼ੀਆਂ ਤੇ, ਜਿੰਨੀਆਂ ਸਬਜ਼ੀਆਂ ਜਿਹੜੇ ਆਪ ਕਿਸਾਨ ਬੀਜ ਰਹੇ ਆ, ਉਹਦੀ ਐਮਐਸਪੀ ਅਸੀਂ ਗਾਰੰਟੀ ਕਰਾਂਗੇ ਪੰਜਾਬ 'ਚ। ਪੰਜਾਬ ਸਰਕਾਰ ਗਾਰੰਟੀ ਦੇਗੀ? ਪੰਜਾਬ ਸਰਕਾਰ। ਇਹ ਕੁਐਸਚਨ ਪਹਿਲਾਂ ਵੀ ਤੁਹਾਡੇ ਕੋਲ ਆਇਆ ਕਿ ਕੀ ਤੁਹਾਡੇ ਕੋਲ ਫਾਈਨੈਂਸ਼ੀਅਲ ਕੈਪੈਸਿਟੀ ਹੈ, ਤੁਹਾਡੇ ਕੋਲ ਆਰਥਿਕ ਕੈਪੈਸਿਟੀ ਹੈ? ਪ੍ਰੋਗਰਾਮ ਹੈਗਾ, ਉਹਦਾ ਮਤਲਬ ਕੀ ਹੈ ਸਾਡਾ? ਜੇ ਸਬਜ਼ੀਆਂ ਦੇ ਫॉर ਐਗਜ਼ਾਮਪਲ 20 ਰੁਪਏ ਅਸੀਂ ਇੱਕ ਸਬਜ਼ੀ ਦਾ ਰੇਟ ਤੈਅ ਕਰਦੇ ਐਮਐਸਪੀ ਦਾ, ਜੇ 18 ਰੁਪਏ ਰੇਟ ਵਿਕਦਾ ਹੈ, ਜੇ ਫਾਰਮ ਨੂੰ ਪਤਾ ਲੱਗ ਜਾਂਦਾ, ਫਿਰ 2 ਰੁਪਏ ਅਸੀਂ ਦੇਵਾਂਗੇ
ਉਸ ਪਾਰਟੀ ਨੂੰ ਸਬਸਿਡੀ। ਦੈਟ ਇਜ਼ ਦ ਸਕੀਮ। ਥੋੜਾ ਜਿਹਾ ਅਸੀਂ ਪੋਲਿਟਿਕਸ ਦੀ ਤਰਫ ਆਉਂਦੇ ਹਾਂ। ਪੰਜਾਬ ਦਾ ਇਲੈਕਸ਼ਨ ਸੀਨ ਹੁਣ ਪੂਰਾ ਗਰਮਾ ਗਿਆ। ਇਦਾਂ ਦੀ ਪੋਲਿਟਿਕਸ ਸ਼ਾਇਦ ਤੁਸੀਂ ਵੀ ਕਦੇ ਨਾ ਦੇਖੀ ਹੋਣੀ, ਨਾ ਸੋਚੀ ਹੋਣੀ ਕਿ ਜਿੰਨੇ ਫੈਕਸ਼ਨ ਪੰਜਾਬ ਵਿੱਚ ਬਣ ਗਏ ਇਸ ਵੇਲੇ। ਇੱਕ ਚੰਨੀ ਕਾਂਗਰਸ ਹੈ, ਇੱਕ ਅਮਰਿੰਦਰ ਦੀ ਕਾਂਗਰਸ ਹੈ, ਅਮਰਿੰਦਰ ਸੈਪਰੇਟ ਹੋ ਗਏ, ਇੱਕ ਬੀਜੇਪੀ ਵੱਖਰੀ ਹੋ ਗਈ, ਤੁਸੀਂ ਵੱਖਰੇ ਹੋ ਗਏ, ਇੱਕ ਢੀਂਡਸਾ ਗਰੁੱਪ ਵਗੈਰਾ ਹੈਗੇ, ਇੱਕ ਕਿਸਾਨ ਜਥੇਬੰਦੀਆਂ ਹੈਗੀਆਂ, ਇੱਕ ਉੱਥੇ ਹੋਰ ਇੰਡੀਪੈਂਡੈਂਟ ਕੈਂਡੀਡੇਟਸ ਹੈਗੇ। ਜਿੰਨਾ ਕੰਪਲੈਕਸ, ਜਿੰਨਾ ਜਿਹਨੂੰ ਕਹਿੰਦੇ ਕਿ ਕਰੜਾ ਮੁਕਾਬਲਾ ਇਸ ਵਾਰ ਹੋਏਗਾ। ਕੀ ਹੰਗ ਅਸੈਂਬਲੀ ਹੋਏਗੀ ਪੰਜਾਬ ਵਿੱਚ? ਕਿਉਂਕਿ ਸਾਰੇ ਤਗੜੇ ਪਲੇਅਰ ਹੈਗੇ। ਜੇ ਸਾਰੇ ਤਗੜੇ ਪਲੇਅਰ ਹੈਗੇ ਤਾਂ ਹੰਗ ਅਸੈਂਬਲੀ ਹੋਏਗੀ ਪੰਜਾਬ ਵਿੱਚ? ਬਿਲਕੁਲ ਨਹੀਂ। ਮੈਜੋਰਿਟੀ ਕਿਵੇਂ ਪੰਜਾਬ ਦੀ ਜਨਤਾ ਕਲੀਅਰ ਵਰਡਿਕਟ ਦਊਗੀ। ਕਿਹਨੂੰ? ਪਿਛਲੀ ਸ਼੍ਰੋਮਣੀ ਅਕਾਲੀ ਦਲ BSP ਅਲਾਈਅੰਸ ਨੂੰ। ਕਿਉਂਕਿ ਸਾਰਿਆਂ ਚੋਂ ਕੱਲੀ ਇੱਕ ਕਮਿਟਡ ਪਾਰਟੀ ਹੈ ਜੋ ਪੰਜਾਬ ਦੀ ਹੈ, ਸ਼੍ਰੋਮਣੀ ਅਕਾਲੀ ਦਲ ਹੈ। ਅਸੀਂ ਲੋਕਾਂ ਨੂੰ ਪਤਾ ਹੈ ਕਿ ਬਿਜਲੀ ਸਰਪਲਸ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਹੈ। 4 ਤੇ 6 ਲੇਨ ਸੜਕਾਂ ਪੰਜਾਬ ਦੀ ਜਾਲ ਵਿਛਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੈ। ਏਅਰਪੋਰਟ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਹੈ। ਰੇਲਵੇ ਓਵਰ ਬ੍ਰਿਜਸ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਹੈ। ਗਰੀਬ ਨੂੰ ਸਬਸਿਡੀ, ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਹੈ। ਸ਼ਹਿਰਾਂ ਵਿੱਚ ਸੀਵਰੇਜ ਵਾਟਰ ਸਪਲਾਈ ਪਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਹੈ। ਜੋ ਕਮਿਟਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਕੀਤੀ ਹੈ 100% ਅਸੀਂ ਇੰਪਲੀਮੈਂਟ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਸਪੋਰਟ ਕਰੋਗੇ? ਕਿਸ ਵਾਸਤੇ? ਕਿਉਂਕਿ ਉਹ ਤਾਂ BJP ਦੁਸ਼ਮਣ ਦਾ ਦੁਸ਼ਮਨ ਦੋਸਤ। ਨਹੀਂ, ਦੁਸ਼ਮਣ ਤੇ ਦੁਸ਼ਮਨ ਉਹ ਤਾਂ ਆਪਣਾ BJP ਨਾਲ ਹੈ। ਕੈਪਟਨ ਅਮਰਿੰਦਰ ਸਿੰਘ ਉਹਦਾ ਆਪਣਾ, ਉਹ ਜਿੰਨੇ ਲੈਫਟ ਓਵਰਸ ਨਾ ਸੰਯੁਕਤ BJP ਸਾਰੇ ਇਕੱਠੇ ਹੋ ਜਾਣਗੇ। ਉਸ ਦਿਨ ਮੈਂ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਕਰ ਰਿਹਾ ਸੀਗਾ। ਉਹ ਕਹਿ ਰਹੇ ਸੀਗੇ ਕਿ ਮੇਰੇ ਨਾਲ 25 ਦੇ ਕਰੀਬ MLA ਕਾਂਗਰਸ ਦੇ ਇਨ ਟੱਚ ਹੈਗੇ, 3 MP ਇਨ ਟੱਚ ਹੈਗੇ, ਮੈਂ ਕਾਂਗਰਸ ਦਾ ਕਚਰਾ ਨਹੀਂ ਲੈਣਾ। ਉਹ ਇਹ ਕਹਿ ਰਹੇ ਸੀਗੇ ਕਿ ਇਹ ਜਿਹੜੀ ਸਾਰੀ ਮੂਵਮੈਂਟ ਹੋ ਰਹੀ ਹੈ ਇੱਧਰ ਉੱਧਰ, ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕੇਜਰੀਵਾਲ ਤਾਂ ਜੇ ਆਪਣੇ MLA ਬਚਾ ਲੈਣਾ ਉਹਦੀ ਗਾਰੰਟੀ ਦੇ ਕੇਜਰੀਵਾਲ ਗਾਰੰਟੀ ਦੇ ਸਕਦੇ ਆਮ ਦੇ MLA ਕੋਈ ਬਚ ਜਾਣਗੇ। ਕੇਜਰੀਵਾਲ ਚੰਨੀ ਨੂੰ ਕਹਿੰਦੇ ਕਿ ਨਕਲੀ ਕੇਜਰੀਵਾਲ ਹੈ, ਚੰਨੀ ਕਹਿੰਦੇ ਕਿ ਅਸਲ ਆਮ ਆਦਮੀ ਮੈਂ। ਇਹ ਕੀ ਹੋ ਰਿਹਾ ਪੰਜਾਬ ਵਿੱਚ? ਕੇਜਰੀਵਾਲ ਬ੍ਰਾਂਡ ਨਕਲੀ ਹੋ ਗਿਆ। ਸੋ ਦੋਨੋਂ ਇੱਕ ਦੂਜੇ ਨੂੰ, ਉਹ ਕਹਿੰਦਾ ਤੂੰ ਨਕਲੀ ਕੇਜਰੀਵਾਲ ਆ, ਕਹਿੰਦਾ ਮੈਂ ਕੇਜਰੀਵਾਲ ਨਕਲੀ ਨਹੀਂ ਹੈ। ਕਿਉਂਕਿ ਪਤਾ ਲੱਗ ਗਿਆ ਕਿ ਕੇਜਰੀਵਾਲ ਬ੍ਰਾਂਡ ਹੈ ਖਾਸ ਆਦਮੀ, ਬਿਹੇਵ ਕਰਦਾ ਆਮ ਆਦਮੀ, ਜੋ ਕਹਿੰਦਾ ਉਹਦੇ ਉਲਟ ਕਰਦਾ ਹੈ। ਸੋ ਇਸ ਕਰਕੇ ਇਹ ਕੰਪੀਟੀਸ਼ਨ ਦੋਨਾਂ 'ਚ ਹੋ ਗਈ ਹੈ। ਸੁਖਬੀਰ ਜੀ, ਮੈਂ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹ ਰਿਹਾ ਕਿ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਪੰਜਾਬ ਵਿੱਚ ਕਿ ਆਮ ਆਦਮੀ ਕੀ ਖਾਸ ਆਦਮੀ ਆਮ ਆਦਮੀ ਬਣਨ ਦੀ ਕੋਸ਼ਿਸ਼ ਕਰ ਰਹੇ। ਕਿ ਕੋਸ਼ਿਸ਼ ਇਹ ਨਹੀਂ ਹੋਣੀ ਚਾਹੀਦੀ ਕਿ ਆਮ ਆਦਮੀ ਨੂੰ ਕਿਸ ਤਰੀਕੇ ਨਾਲ ਅਸੀਂ ਚੱਕ ਕੇ ਖਾਸ ਆਦਮੀ ਬਣਾਈਏ, ਕਿ ਉੱਪਰ ਦੀ ਤਰਫ ਤਰੱਕੀ ਹੋਣੀ ਚਾਹੀਦੀ? ਇੱਥੇ ਬਾਰ-ਬਾਰ ਗੱਲ ਇਹ ਹੋ ਰਹੀ ਹੈ ਕਿ ਆਮ ਆਦਮੀ ਕੌਣ ਹੈ, ਕਿੰਨਾ ਸਿੰਪਲ ਤੁਸੀਂ ਹੋ ਸਕਦੇ ਹੋ, ਕਿੰਨਾ ਆਮ ਹੋ ਸਕਦੇ ਹੋ ਤੁਸੀਂ। ਇਹ ਮੂਵਮੈਂਟ ਕਿਉਂ ਚੱਲ ਰਹੀ ਹੈ ਪੋਲਿਟਿਕਸ ਵਿੱਚ, ਇਹ ਰਾਜਨੀਤੀ ਵਿੱਚ, ਇਹ ਇਸ ਤਰੀਕੇ ਦੀ ਜਿਹਨੂੰ ਕਹਿੰਦੇ ਆ ਫੋਰਸ ਕਿਉਂ ਚੱਲ ਰਹੀ ਹੈ ਕਿ ਆਮ ਆਦਮੀ ਬਣ ਜਾਓ ਸਾਰੇ? ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਤਰੱਕੀ ਕਰਾਵਾਂਗੇ ਪੰਜਾਬ ਦੀ, ਇਹਨੂੰ ਕੈਨੇਡਾ ਬਣਾ ਦਾਂਗੇ, ਇਹਨੂੰ ਹੋਰ ਤਰੱਕੀ ਕਰਾਵਾਂਗੇ, ਇਹਨੂੰ ਅਪਵਰਡ ਲੈ ਕੇ ਜਾਵਾਂਗੇ। ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਆਮ ਆਦਮੀ, ਇੱਥੇ ਅਮੀਰ ਹੋਣਾ ਇੱਕ ਗੁਨਾਹ ਹੈ ਹੁਣ ਪੰਜਾਬ ਵਿੱਚ? ਤੁਹਾਡੀ ਗੱਲ ਬਿਲਕੁਲ ਸੱਚ ਹੈ ਕਿ ਆਪਾਂ ਨੂੰ ਆਮ ਜਨਤਾ ਨੂੰ ਉੱਤੇ ਸਟੇਟਸ ਲੈ ਕੇ ਜਾਣਾ ਚਾਹੀਦਾ ਹੈ। ਜਿਹੜਾ ਬੰਦਾ ਸਿੰਸੀਅਰ ਹੋਏ ਨਾ, ਉਹ ਕਿਤੇ ਨਹੀਂ ਕਹਿੰਦਾ ਮੈਂ ਆਮ ਆਦਮੀ ਹੈ। ਆਮ ਆਦਮੀ ਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਮੈਂ ਆਮ ਆਦਮੀ ਤਾਂ ਤੁਸੀਂ ਵੀ ਹੋ, ਆਮ ਆਦਮੀ ਤਾਂ ਮੈਂ ਵੀ, ਆਮ ਆਦਮੀ ਹਰ ਕੋਈ ਹੈ। ਆਮ ਆਦਮੀ ਕਿਸ ਚੀਜ਼ ਨੂੰ ਅਸੀਂ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਜਿਹੜਾ ਫਰਾਡ ਹੁੰਦਾ ਨਾ ਬੰਦਾ, ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਆਮ ਆਦਮੀ ਹਾਂ, ਮੈਂ ਚੋਰ ਨਹੀਂ ਹਾਂ, ਮੈਂ ਚੋਰ ਨਹੀਂ ਹੈ। ਅਸਲੀ ਉਹਦੇ ਮਨ 'ਚ ਚੋਰ ਹੁੰਦਾ ਹੈ। ਜਿਹੜਾ ਬੰਦਾ ਚੋਰ ਨਹੀਂ ਹੁੰਦਾ ਨਾ, ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਚੋਰ ਨਹੀਂ ਹੈ। ਆਮ ਆਦਮੀ ਕਹਿੰਦੇ, ਜਿਹੜੇ ਕਹਿੰਦੇ ਨਾ ਮੈਂ ਆਮ ਆਦਮੀ ਹੈ, ਫਰਾਡ ਕਰਨਾ ਚਾਹੁੰਦੇ, ਲੋਕਾਂ ਦੇ ਮਨ 'ਚ ਧੂੜ ਸੁੱਟਣਾ ਚਾਹੁੰਦੇ ਆ। ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿਹੜਾ ਆਮ ਆਦਮੀ ਹੈ। ਪੰਜਾਬ ਦੀ ਜਨਤਾ ਨੂੰ ਇੱਕ ਚੰਗਾ ਡਿਸਾਈਸਿਵ ਮੁੱਖ ਮੰਤਰੀ ਚਾਹੀਦਾ ਹੈ, ਅ ਪੋਜ਼ਿਟਿਵ ਥਿੰਕਿੰਗ ਮੁੱਖ ਮੰਤਰੀ, ਡਿਵੈਲਪਮੈਂਟ ਓਰੀਐਂਟਡ ਮੁੱਖ ਮੰਤਰੀ, ਜਿਹੜਾ ਜਨਤਾ ਦੇ ਨਾਲ ਜੁੜਿਆ ਹੋਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ ਸੀ, ਸਹੀ ਮੈਨੇ ਤੇ ਉਹ ਜਨਤਾ ਦੇ ਮੁੱਖ ਮੰਤਰੀ ਸੀ। ਪੂਰੀ ਜ਼ਿੰਦਗੀ ਪਿੰਡਾਂ ਸ਼ਹਿਰਾਂ 'ਚ ਲਾਈ ਹੈ ਉਹਨਾਂ ਨੇ। ਨਾ ਕੇਜਰੀਵਾਲ ਤੇ ਨਾ ਚੰਨੀ ਮੰਗੂ ਪੈਰਾਸ਼ੂਟ ਹੋ ਕੇ ਨਹੀਂ ਆਏ। ਸੁਖਬੀਰ ਜੀ, ਕੁਐਸਚਨ ਮੇਰੇ ਕੋਲ ਕਾਫੀ ਹੈਗੇ, ਪਰ ਅਸੀਂ 2-4 ਹੋਰ ਕੁਐਸਚਨ ਲਵਾਂਗੇ। ਤੁਸੀਂ ਚੀਫ ਮਿਨਿਸਟਰ ਚਿਹਰਾ ਹੋਗੇ ਸ਼੍ਰੋਮਣੀ ਅਕਾਲੀ ਦਲ ਦੇ, ਇਹ ਗੱਲ ਸਾਫ਼ ਹੈ? ਇਹ ਗੱਲ ਸਾਫ਼ ਹੈ? ਹਾਂਜੀ। ਇਸ ਤੋਂ ਬਾਅਦ ਮੈਂ ਇਹ ਪੁੱਛਾਂਗਾ ਤੁਹਾਨੂੰ ਕਿ ਕੁਝ ਇਹ ਗੱਲਾਂ ਹੁੰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਅਕਾਲੀ ਦਲ ਨਹੀਂ ਹੈ ਜਿਹੜਾ ਪਹਿਲਾਂ ਸੀਗਾ, 10 ਸਾਲ ਪਹਿਲਾਂ ਜੋ ਸੀਗਾ। ਇਹਦੇ ਵਿੱਚ ਤਬਦੀਲੀਆਂ ਆ ਗਈਆਂ। ਜਿਹੜੇ ਉਸ ਵੇਲੇ ਕੁਝ ਲੀਡਰ ਸੀਗੇ, ਪੰਥਕ ਲੀਡਰ ਸੀਗੇ, ਉਹ ਪੰਥਕ ਲੀਡਰ ਹੁਣ ਪਾਰਟੀ ਦੇ ਨਾਲ ਇਨਵੋਲਵ ਨਹੀਂ ਹੈ, ਪਾਰਟੀ ਬਦਲ ਗਈ ਹੈ, ਪਾਰਟੀ ਚੇਂਜ ਹੋ ਗਈ, ਉਹ ਅਕਾਲੀ ਦਲ ਨਹੀਂ ਹੈ। ਬਾਰ-ਬਾਰ ਇਹ ਗੱਲਾਂ ਆਉਂਦੀਆਂ। ਤੁਸੀਂ ਕੀ ਦੇਖਦੇ ਹੋ ਕਿ ਪਾਰਟੀ ਬਦਲ ਗਈ ਹੈ? ਜੇ ਬਦਲੀ ਹੈ ਤਾਂ ਕੀ ਉਹਦੇ ਨਾਲ ਕੋਈ ਨੁਕਸਾਨ ਹੋਇਆ ਪਾਰਟੀ ਨੂੰ? ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ?
ਸ਼੍ਰੋਮਣੀ ਅਕਾਲੀ ਦਲ ਦੀ ਫਿਲਾਸਫੀ ਨਹੀਂ ਬਦਲੀ। ਸਭ ਤੋਂ ਪੁਰਾਣੀ ਪਾਰਟੀ ਹੈ। ਨਹੀਂ, ਸਭ ਤੋਂ 100 ਸਾਲ ਪੁਰਾਣੀ ਪਾਰਟੀ ਹੈ। ਉਹਦੀ ਥਿੰਕਿੰਗ ਤੇ ਫਿਲਾਸਫੀ ਨਹੀਂ ਬਣੀ। ਓਵਰ ਈਅਰਸ ਦੇਸ਼ ਚੇਂਜ ਹੋ ਗਿਆ, ਸਰਕਮਸਟੈਂਸਸ ਚੇਂਜ ਹੋ ਗਏ। ਉਸ ਚੇਂਜ ਨਾਲ ਤੁਹਾਨੂੰ ਆਪਣੇ ਆਪ ਨੂੰ ਵੀ ਚੇਂਜ ਕਰਨਾ ਪੈਂਦਾ ਹੈ। ਜੋ ਪਹਿਲੇ ਕੀ ਹੁੰਦਾ ਸੀ, ਜੇ ਇੱਕ ਪਿੰਡ 'ਚ ਇੱਕ ਬਜ਼ੁਰਗ ਨੂੰ ਕਹਿੰਦੇ ਕਿ ਤੂੰ ਆ ਅਕਾਲੀ ਦਲ ਨਾਲ ਵੋਟ, ਪੰਥ ਨੂੰ ਵੋਟ ਪਾਉਣਾ, ਪੂਰਾ ਉਸ ਬਜ਼ੁਰਗ ਦੇ ਸਾਰਾ ਪਿੰਡ ਆਖੇ ਲੱਗਦਾ ਸੀ। ਅੱਜ ਘਰ ਦੇ ਬੱਚੇ ਆਪਣੇ ਪਿਓ ਤੇ ਨਹੀਂ, ਬਾਪ ਤੇ ਨਹੀਂ ਆਖੇ ਲੱਗਦੇ। ਸੋ ਡਾਇਨਾਮਿਕਸ ਚੇਂਜ। ਉਹ ਪਾਰਟੀ ਜੇ ਆਪਣੇ ਆਪ ਨੂੰ ਪੁਰਾਣੀ ਰੱਖੂਗੀ, ਅਸੀਂ ਉਹਨਾਂ ਦੀ ਸੋਚ ਤੇ ਜਿਹੜੀ ਫਿਲਾਸਫੀ ਹੈ ਉਹ ਅਕਾਲੀ ਦਲ ਦੀ ਸੇਮ ਹੈ। ਜਿਸ ਫਾਊਂਡੇਸ਼ਨ ਤੇ ਅਕਾਲੀ ਦਲ ਬਣਿਆ ਸੀ, ਜਿਸ ਪਰਪਸ ਵਾਸਤੇ ਅਕਾਲੀ ਦਲ ਬਣਿਆ, ਸ਼੍ਰੋਮਣੀ ਅਕਾਲੀ ਬਣਿਆ, ਉਹ ਸੇਮ ਹੈ। ਬਟ ਜਿਵੇਂ ਟਾਈਮ ਚੇਂਜ ਹੁੰਦਾ ਹੈ, ਮੈਨੂੰ ਆ ਸਮਝ ਨਹੀਂ ਆਉਂਦਾ ਕਿ ਕੀ ਕਹਿ ਰਹੇ ਹੋ ਤੁਸੀਂ, ਕਿ ਚੇਂਜ ਕੀ ਹੋਇਆ। ਚੇਂਜ ਕੀ ਹੋਇਆ ਕਿ ਅਸੀਂ ਚੇਂਜ ਇਹ ਹੋਇਆ ਕਿ ਕੁਝ ਵੱਡੇ ਲੀਡਰ ਸੀਗੇ ਜਿਹੜੇ ਛੱਡ ਕੇ ਚਲੇ ਗਏ, ਕੁਝ ਯੰਗ ਲੀਡਰ ਆ ਗਏ ਜਿਹੜੇ ਸ਼ਾਇਦ ਉਸ ਪੰਥਿਕ ਫੇਸ ਜਿਹੜੀ ਸੀਗੀ ਅਕਾਲੀ ਦਲ ਦੀ ਉਹਦੇ ਨਾਲ ਰਲਦੇ ਮਿਲਦੇ ਨਹੀਂ, ਸ਼ਾਇਦ ਅਪੀਅਰੈਂਸ ਵਾਈਜ਼ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ, ਪਰ ਸ਼ਾਇਦ ਉਹ ਚੀਜ਼ਾਂ ਕੁਝ ਲੋਕਾਂ ਨੂੰ ਠੀਕ ਲੱਗਦੀਆਂ, ਕੁਝ ਲੋਕਾਂ ਨੂੰ ਨਹੀਂ ਠੀਕ ਲੱਗਦੀਆਂ ਸੀ। ਪੁਰਾਣੇ ਚਿਹਰੇ ਫਿਰ ਦੇਖੋਗੇ, ਕੱਲੇ 2-3 ਗਏ ਹੈ ਜਿਹੜੇ ਚਿਹਰੇ ਫਰਸਟ੍ਰੇਟ ਹੋ ਗਏ, ਜਿਹੜੇ ਚਿਹਰੇ ਲਗਾਤਾਰ ਹਾਰਦੇ ਰਹੇ। ਇੱਕ ਬੰਦਾ 5 ਵਾਰ ਲਗਾਤਾਰ ਹਾਰੇ, ਇਹਦਾ ਮਤਲਬ ਨਹੀਂ ਹੈ ਕਿ ਉਹਦਾ ਰਾਈਟ ਹੈ ਕਿ ਮੈਂ 6ਵੇਂ ਵਾਰ ਵੀ ਮੈਨੂੰ ਉਹਨੂੰ ਟਿਕਟ ਮਿਲੇ। ਆਹ ਡਿਸੀਸ਼ਨ ਪਾਰਟੀ ਨੇ ਲੈਣਾ ਹੈ। ਸੋ ਇਸ ਕਰਕੇ ਜੇ ਉਹ ਚਿਹਰੇ ਜਾਣੇ ਹੈ ਤੇ ਆਉਂਦੇ ਜਾਂਦੇ ਚਿਹਰੇ ਰਹਿੰਦੇ ਹੈ। ਹਰ ਪਾਰਟੀ 'ਚ ਲੋਕੀ ਆਉਂਦੇ ਆ ਤੇ ਜਾਂਦੇ ਹੈ, ਪਰ ਪਾਰਟੀ ਨਹੀਂ ਕਮਜ਼ੋਰ ਹੋਈ। ਸ਼੍ਰੋਮਣੀ ਅਕਾਲੀ ਦਲ ਦੀ ਸਟਰੈਂਥ ਵੱਧਦੀ ਰਹੀ ਹੈ। ਤੇ ਤੁਸੀਂ ਇਸ ਇਲੈਕਸ਼ਨ 'ਚ ਵੀ ਦੇਖੋਗੇ ਕਿ ਆਮ ਜਿਹੜੀ ਜਨਤਾ ਹੈ ਪੰਜਾਬ ਦੀ, ਤੇ ਜਿੰਨੀ ਆਪਣੀ ਕੌਮ ਹੈ ਤੇ ਜਿੰਨੇ ਪੰਜਾਬੀ ਦੁਨੀਆ 'ਚ ਬਸਿਆ, ਉਹਨਾਂ ਨੂੰ ਇੱਕ ਪਤਾ ਹੈ, ਜੇ ਉਹਨਾਂ ਨੂੰ ਕਿਤੇ ਵੀ ਕੋਈ ਸਮੱਸਿਆ ਆ ਜਾਏ, ਉਹਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਜਿਹੜਾ ਉਹਨਾਂ ਦੇ ਮਗਰ ਖੜੂਗੀ। ਸਿੱਕਿਮ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਮਸਲਾ ਆਇਆ, ਉਹਨੇ ਸਭ ਤੋਂ ਪਹਿਲੇ ਮੈਨੂੰ ਟੈਲੀਫੋਨ ਕੀਤਾ। ਫਰਾਂਸ ਵਿੱਚ ਪਗੜੀ ਦਾ ਮਸਲਾ ਆਇਆ, ਉਹਨਾਂ ਨੇ ਸਭ ਤੋਂ ਪਹਿਲੇ ਮੈਨੂੰ ਟੈਲੀਫੋਨ ਕੀਤਾ ਤੇ ਅਸੀਂ ਲੜਾਈ ਲੜੀ। ਉਹਨੂੰ ਪਤਾ ਹੈ, ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ, ਪਰ ਉਹਨੂੰ ਪਤਾ ਹੈ ਕਿ ਸਾਡਾ ਇੱਕ ਪਾਰਟੀ ਹੈ। ਕੀ ਪੰਜਾਬ ਉੱਥੋਂ ਫਰਾਂਸ ਦੇ ਲੋਕਾਂ ਨੇ ਕਾਂਗਰਸ ਨੂੰ ਟੈਲੀਫੋਨ ਕੀਤਾ ਜਾਂ ਆਮ ਆਦਮੀ ਟੈਲੀਫੋਨ? ਨਹੀਂ, ਕਿਉਂਕਿ ਸਮਝਦੇ ਹੀ ਨਹੀਂ ਆ ਕਿ ਉਹ ਆਪਣੀ ਪੰਜਾਬ ਦੀ ਪਾਰਟੀ, ਪੰਜਾਬੀਆਂ ਦੀ ਜਿਵੇਂ ਇੱਕ ਘਰ ਹੈਗਾ। ਸ਼੍ਰੋਮਣੀ ਅਕਾਲੀ ਦਲ ਹਰ ਪੰਜਾਬੀ ਦਾ ਆਪਣਾ ਪਰਿਵਾਰ ਹੈ, ਆਪਣਾ ਘਰ ਹੈ। ਆ ਉਹ ਪਾਰਟੀ ਹੈ ਜਿਹੜੀ ਆਪਣੇ ਪੰਜਾਬ ਵਾਸਤੇ, ਆਪਣੇ ਧਰਮ ਵਾਸਤੇ ਲੜਦੀ ਹੈ, ਲੜਦੀ ਰਹੇਗੀ। ਸੁਖਬੀਰ ਜੀ, ਪੋਲਿਟਿਕਸ ਵਿੱਚ ਕਈ ਦਫਾ ਜਿਹਨੂੰ ਕਹਿੰਦੇ ਨੇ ਨੇਮ ਕਾਲਿੰਗ, ਕੁਝ ਵੀ ਨਾਮ ਦੇ ਦਿਓ, ਉਹ ਚੱਲਦਾ ਹੈ। ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀ ਕਿ ਮੈਂਟਲ ਸਿੱਧੂ, ਨਵਜੋਤ ਸਿੰਘ ਸਿੱਧੂ ਨੂੰ। ਦੂਜੇ ਪਾਸਿਓਂ ਕਈ ਦਫਾ ਇਹ ਕਿਹਾ ਜਾਂਦਾ ਕਿ ਸੁਖਬੀਰ ਬਾਦਲ ਗੱਪੀ ਹੈਗੇ, ਉਹ ਗੱਪ ਮਾਰਦੇ ਕਈ ਦਫਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੈਨੂੰ ਜਦੋਂ ਮੈਂ ਮੁਹਾਲੀ ਦਾ 에ਅਰਪੋਰਟ ਕਿਹਾ ਸੀ ਮੈਂ ਬਣਾਉਂਗਾ, ਕਾਂਗਰਸੀ ਕਹਿੰਦੇ ਕਿ ਸੁਖਬੀਰ ਗੱਪ ਬਣਾ ਰਿਹਾ, 에ਅਰਪੋਰਟ ਬਣਾਤਾ। ਜਦੋਂ ਮੈਂ ਕਿਹਾ ਪੰਜਾਬ 'ਚ ਪਾਵਰ ਸਰਪਲਸ ਕਰੂੰਗਾ, ਕਾਂਗਰਸੀ ਕਹਿੰਦੇ ਕਿ ਸੁਖਬੀਰ ਗੱਪ ਮਾਰ ਰਿਹਾ, ਪਾਵਰ ਸਰਪਲਸ ਕਰਤਾ। ਜਦੋਂ ਮੈਂ ਪਿਛਲੀ ਵਾਰ ਵਾਅਦਾ ਕੀਤਾ ਸੀ ਕਿ ਪੰਜਾਬ, ਚੰਡੀਗੜ੍ਹ ਨੂੰ ਪੰਜਾਬ ਦੇ ਹਰ ਡਿਸਟ੍ਰਿਕਟ ਨਾਲ 4 ਤੇ 6 ਲੇਨ ਦੀਆਂ ਸੜਕਾਂ ਐਕਸਪ੍ਰੈਸਵੇ ਨਾਲ ਜੋੜ ਦੂੰਗਾ, ਕਹਿੰਦੇ ਅਸੀਂ ਗੱਪ ਮਾਰਦਾ ਹੈ। ਜਦੋਂ ਮੈਂ ਕਿਹਾ ਸੀ ਕਿ ਮੈਂ ਇਹ ਜੀ ਸੜਕ ਬਣਾਉਂਗਾ ਜਿਹੜੀ ਭਾਵੇਂ ਬੰਬ ਸਿੱਟ ਦਿਓ ਨਹੀਂ ਟੁੱਟੂਗੀ, ਤੇ ਬਣਾਤੀ, ਉਦੋਂ ਕਹਿੰਦੇ ਸੀ ਗੱਪ ਮਾਰਦਾ ਹੈ। ਜਦੋਂ ਮੈਂ ਪਾਣੀ ਚੱਲਣ ਲਈ ਬੱਸ ਦੀ ਗੱਲ ਕੀਤੀ, ਕਹਿੰਦੇ ਗੱਪ ਮਾਰਦਾ ਹੈ, ਮੈਂ ਕਰ ਦਿੱਤੀ। ਜਦੋਂ ਮੈਂ ਕਿਹਾ ਸੀ ਮੈਂ ਸਾਰੇ ਸ਼ਹਿਰਾਂ 'ਚ ਸੀਵਰੇਜ ਵਾਟਰ ਸਪਲਾਈ ਪਾਊਂਗਾ, ਕਹਿੰਦੇ ਸੀ ਗੱਪ ਮਾਰਦਾ ਹੈ। ਮੇਰੀ ਇੱਕ ਗੱਪ ਜਿਹੜੀ ਕਹਿੰਦੇ ਸੀ, ਮੈਨੂੰ ਦੱਸ ਦੇਣ ਜਿਹੜੀ ਮੈਂ ਗੱਪ ਮਾਰੀ ਤੇ ਨਹੀਂ ਹੋਈ। ਇੱਕ ਗੱਲ ਅੱਜ ਚੈਲੰਜ ਵਿੱਚ ਚੰਨੀ ਨੂੰ, ਆ ਚੈਲੰਜ ਸਾਰਿਆਂ ਨੂੰ, ਭਾਵੇਂ ਆਮ ਆਦਮੀ ਨੂੰ, ਮੈਨੂੰ ਦੱਸ ਦੇਣ ਕਿ ਸੁਖਬੀਰ ਨੇ ਆਹ ਕਿਹਾ ਸੀ। ਹਰ ਵਾਰ ਸੋਚਦੇ ਕਿ ਸੁਖਬੀਰ ਗੱਪ ਮਾਰਦਾ, ਕਿਉਂਕਿ ਮੈਂ ਗੱਲ ਵੱਡੀ ਕਰਦਾ। ਅ ਪਰਸਨ ਹੂ ਥਿੰਕਸ ਬਿਗ ਅਚੀਵਸ ਬਿਗ। ਇਹਨਾਂ ਨੂੰ ਕਿਸੇ ਨੂੰ ਸਮਝ ਨਹੀਂ ਹੈ। ਭਗਵੰਤ ਮਾਨ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਮੁੱਖ ਮੰਤਰੀ ਹੈ, ਪੰਜਾਬ ਦਾ ਮੁੱਖ ਮੰਤਰੀ ਚਿਹਰਾ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿੱਚ ਹਾਲੇ ਤੱਕ ਉਹਨਾਂ ਨੇ ਅਨਾਉਂਸ ਕੋਈ ਨਹੀਂ ਕੀਤਾ, ਪਰ ਜੇ ਗੱਲ ਆਉਂਦੀ ਹੈ ਔਰ ਭਗਵੰਤ ਮਾਨ ਦਾ ਨਾਂ ਆਉਂਦਾ ਹੈ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਭਗਵੰਤ ਮਾਨ, ਤੁਹਾਨੂੰ ਯਾਦ ਹੋਣਾ ਹੈ ਲੁਧਿਆਣਾ ਸੰਗਰੂਰ ਸਟੇਜ ਤੇ ਖੜੇ ਹੋ ਕੇ ਸਟੇਜ ਤੇ ਗਿਆ, ਉਹਨੇ ਆਪਣੀ ਮਾਂ ਨੂੰ ਬੁਲਾਇਆ, ਮਾਂ ਦੇ ਸਿਰ ਤੇ ਹੱਥ ਰੱਖਿਆ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਛੱਡੀ। ਮਤਲਬ ਇੱਕ ਲੀਡਰ ਪਬਲਿਕਲੀ ਕਹਿ ਰਿਹਾ ਮੈਂ ਸ਼ਰਾਬੀ ਹਾਂ, ਤੇ ਅੱਜ ਮੈਂ ਮਾਂ ਤੇ ਸਿਰ ਤੇ ਹੱਥ ਕਹਿੰਦਾ ਮੈਂ ਸ਼ਰਾਬ ਛੱਡੀ, ਤੇ ਹਫ਼ਤੇ ਬਾਅਦ ਸ਼ਰਾਬ ਨਾਲ ਡੱਕਿਆ ਹੋਇਆ ਮਿਲਿਆ। ਜਿਹੜਾ ਬੰਦਾ ਆਪਣੀ ਮਾਂ ਦੀ ਝੂਠੀ ਸਹੁੰ ਖਾ ਸਕਦਾ ਹੈ, ਜਿਹੜਾ ਲੀਡਰ ਗੁਰੂ ਘਰ 'ਚ ਸ਼ਰਾਬ ਪੀ ਕੇ ਜਾ ਸਕਦਾ ਹੈ,
ਜਿਹੜੇ ਬੰਦੇ ਦਾ ਪਤਾ ਹੀ ਨਹੀਂ ਕਿ ਹਫਤਾ ਗਾਇਬ ਹੋ ਜਾਂਦਾ ਹੈ। ਮੈਨੂੰ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਦੱਸਿਆ ਕਿ ਹਫਤਾ ਜਦੋਂ ਸ਼ਰਾਬ ਪੀਣ ਲੱਗਦਾ ਹੈ ਤੇ ਹਫਤਾ ਟੱਪ ਜਾਂਦਾ, ਨਾਨ ਸਟਾਪ ਪੀਂਦਾ ਹੈ। ਮੈਂ ਤਾਂ ਜੇ ਜਿਹੜੀ ਥੋੜੀ ਗੱਲ ਸੋਚੀ ਨਾ ਤੁਸੀਂ ਕਿ ਸ਼ਰਾਬ ਜੇ ਇਹਨੂੰ ਭਗਵੰਤ ਮਾਨ ਚੀਫ ਮਿਨਿਸਟਰ ਬਣ ਜਾਂਦਾ ਹੈ, ਮਤਲਬ ਬਾਈ ਚਾਂਸ 0% ਚਾਂਸ ਹੈ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ। ਇਹਨੂੰ ਤਾਂ ਇੰਨੀ ਖੁਸ਼ੀ ਹੋ ਜਾਣੀ ਹੈ ਤੇ ਇਹਨੇ ਸ਼ਰਾਬ ਇੰਨੀ ਪੀ ਲੈਣੇ ਨੇ, ਸਵੇਰੇ ਇੰਨੀ ਤੇ ਵੀ ਨਹੀਂ ਹੋਣਾ ਕਿ ਹਲੇ ਤਾਂ ਆਪਾਂ ਨੂੰ ਡਿਲੇ ਕਰਨਾ ਪੈਣਾ ਹਫਤਾ 10 ਦਿਨ। ਅੱਜ ਤੱਕ ਸਾਡਾ ਮੁੱਖ ਮੰਤਰੀ ਇਨ ਵੇਟਿੰਗ ਸ਼ਰਾਬੀ ਹੋਇਆ ਪਿਆ। ਜਿਹੜਾ ਬੰਦਾ ਤੁਸੀਂ ਜ਼ਿਆਦਾ ਸ਼ਰਾਬ ਪੀਣੇ ਦੇ ਅਗੇਂਸਟ ਹੋ ਜਾਂ ਸ਼ਰਾਬ ਦੇ ਅਗੇਂਸਟ ਹੋ? ਮੈਂ ਚਾਹਣਾ ਕਿ ਮੈਂ ਅਗੇਂਸਟ ਹਾਂ ਝੂਠੀਆਂ ਸਹੁੰਆਂ ਤੇ। ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸਹੁੰਆਂ ਖਾਧੀਆਂ। ਕਿ ਇਹਨੇ ਆਪਣੀ ਮਾਂ ਦੀ ਸਹੁੰ ਖਾਧੀ। ਜਿਹੜਾ ਆਪਣੀ ਮਾਂ ਦੀ ਝੂਠੀ ਸਹੁੰ ਖਾ ਸਕਦਾ ਨਾ, ਉਹਦੇ ਇਤਬਾਰ ਨਹੀਂ ਹੋ ਸਕਦਾ। ਚੀਫ ਮਿਨਿਸਟਰ ਚਾਹੀਦਾ ਹੈ ਵਿਦ ਅ ਵਿਜ਼ਨ। ਪੰਜਾਬ ਨੂੰ ਚੀਫ ਮਿਨਿਸਟਰ, ਮੈਂ ਕਿਸੇ ਨੂੰ ਵੀ ਫੈਸਲਾ ਕਰ ਲੈਣ, ਜੋ ਸਭ ਤੋਂ ਪਹਿਲੇ ਤਾਂ ਪੰਜਾਬ ਦੀ ਜਨਤਾ ਡਿਮਾਂਡ ਕਰੇ ਹਰ ਪਾਰਟੀ ਤੋਂ ਕਿ ਸਾਨੂੰ ਵੋਟ ਪਾਉਣ ਤੋਂ ਪਹਿਲੇ ਸਾਨੂੰ ਚੀਫ ਮਿਨਿਸਟਰ ਦਾ ਦੱਸੋ ਕਿਹੜਾ ਕੈਂਡੀਡੇਟ ਹੈ। ਕਿਉਂਕਿ ਚੀਫ ਮਿਨਿਸਟਰ ਇੱਕ ਰੇਲਵੇ ਜਿਵੇਂ ਰੇਲਵੇ ਹੈਗੀ ਟ੍ਰੇਨ ਹੈ, ਇੰਜਨ ਚੀਫ ਮਿਨਿਸਟਰ ਹੈ, ਡੱਬੇ ਮਿਨਿਸਟਰ ਹੈ। ਜੇ ਇੰਜਨ ਨਾ ਹੋਏ ਡੱਬੇ ਉੱਥੇ ਹੀ ਖੜ ਜਾਣਗੇ। ਸੋ ਜੇ ਚੰਗਾ ਇੰਜਨ ਹੋਊਗਾ ਤੇ ਸਪੀਡ ਨਾਲ ਚੱਲੂਗਾ ਤਾਂ ਸਟੇਟ ਡਿਵੈਲਪ ਹੁੰਦੀ ਹੈ। ਚੀਫ ਮਿਨਿਸਟਰ ਸਾਰੇ ਸਟੇਟ ਦੇ ਲੋਕ ਡਿਮਾਂਡ ਕਰਨ ਕਿ ਸਾਨੂੰ ਦੱਸੋ। ਉਹਨਾਂ ਸਾਰਿਆਂ ਚਿਹਰਿਆਂ 'ਚ ਦੇਖੋ ਕਿਹੜਾ ਕੰਪੀਟੈਂਟ ਹੈ, ਕਿਹੜਾ ਡਿਸਾਈਸਿਵ ਹੈ, ਜਿਹਦਾ ਬੈਕਗ੍ਰਾਉਂਡ ਹੈ, ਕਿਹੜਾ ਪੰਜਾਬ ਦਾ ਜਿਹਦੀ ਵਿਜ਼ਨ ਹੈ ਐਂਡ ਜਿਹਨੇ ਕੰਮ ਕਰਕੇ ਦਿਖਾਏ ਹੈ, ਉਹਨਾਂ ਤੋਂ ਚੂਜ਼ ਕਰ ਲੈਣ। ਸੁਖਬੀਰ ਜੀ ਪਰ ਸਹੀ ਚੋਇਸ ਕਰ ਲੈਣ, ਕਿਉਂਕਿ ਜੇ ਗਲਤ ਚੋਇਸ ਹੋ ਗਈ 5 ਸਾਲ ਬਰਬਾਦ ਹੋ ਜਾਣਗੇ। ਸੁਖਬੀਰ ਜੀ ਮੇਰਾ ਇੱਕ ਆਖਰੀ ਸਵਾਲ ਹੋਏਗਾ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਹੋਏਗਾ ਕਿ ਚਰਨਜੀਤ ਸਿੰਘ ਚੰਨੀ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਹੈਗੇ। ਉਹਨਾਂ ਨੇ ਜਿਹਨੂੰ ਕਹਿੰਦੇ ਇੱਕ ਸਮਾਜਿਕ ਬਹੁਤ ਜ਼ਿਆਦਾ ਬਦਲਾਵ ਲੈ ਕੇ ਆਏ, ਕਿਉਂਕਿ ਉਹ ਇੱਕ ਦਲਿਤ ਮੁੱਖ ਮੰਤਰੀ ਬਣੇ। ਕਈ ਪਾਰਟੀਆਂ ਨੇ ਕਿਹਾ ਅਸੀਂ ਦਲਿਤ ਚਿਹਰਾ ਪੇਸ਼ ਕਰਾਂਗੇ, ਡਿਪਟੀ ਚੀਫ ਮਿਨਿਸਟਰ ਬਣਾਵਾਂਗੇ, ਕਰਾਂਗੇ। ਚਰਨਜੀਤ ਸਿੰਘ ਚੰਨੀ ਦਲਿਤ ਮੁੱਖ ਮੰਤਰੀ ਪੰਜਾਬ ਦੇ। ਕੀ ਤੁਸੀਂ ਦੇਖਦੇ ਹੋ ਕਿ ਇਹਦੇ ਨਾਲ ਪ੍ਰਜਾਤੰਤਰ ਵਿੱਚ, ਸਮਾਜ ਵਿੱਚ ਇੱਕ ਬਦਲਾਵ ਆਇਆ ਹੈ? ਸਾਡੇ ਗੁਰੂ ਸਾਹਿਬਾਨ ਨੇ ਸਿੱਖ ਕੌਮ ਵਿੱਚ ਕਲੀਅਰ ਗੱਲ ਕੀ ਹੈ, ਅਸੀਂ ਕਾਸਟ ਸਿਸਟਮ 'ਚ ਬਿਲੀਵ ਨਹੀਂ ਕਰਦੇ, ਹੋਣਾ ਵੀ ਨਹੀਂ ਚਾਹੀਦਾ। ਚੀਫ ਮਿਨਿਸਟਰ ਜੇ ਦਲਿਤ ਕੰਪੀਟੈਂਟ ਹੋਏ ਬਣਨਾ ਚਾਹੀਦਾ ਹੈ। ਜੇ ਬੈਕਵਰਡ ਕੋਈ ਹੋਰ ਜਾਤੀ ਜੋ ਬੈਕਵਰਡ ਕਲਾਸ ਹੋਏ ਕੰਪੀਟੈਂਟ ਹੋਏ ਬਣਨਾ ਚਾਹੀਦਾ ਹੈ। ਜੇ ਜਨਰਲ ਕਾਸਟ ਹੋਏ ਕੰਪੀਟੈਂਟ। ਚੀਫ ਮਿਨਿਸਟਰ ਕੰਪੀਟੈਂਸੀ ਦੇਖ ਕੇ ਬਣਨਾ ਚਾਹੀਦਾ ਹੈ, ਕਾਸਟ ਸਿਸਟਮ ਤੇ ਨਹੀਂ ਹੋਣਾ ਚਾਹੀਦਾ। ਆਖਰੀ ਸਵਾਲ, ਬੜਾ ਕਰੜਾ ਮੁਕਾਬਲਾ ਹੋਏਗਾ ਇਸ ਵਾਰ। ਅਕਾਲੀ ਦਲ ਅੱਗੇ ਦੇਖੇ, ਜੇ ਤੁਹਾਡੀ ਸਰਕਾਰ ਬਣਦੀ ਹੈ ਪੰਜਾਬ ਨੂੰ ਕੀ ਦਿਓਗੇ ਤੁਸੀਂ? ਪੰਜਾਬ ਨੀਡਸ ਔਰ ਪੰਜਾਬ ਬਦਲ ਗਿਆ ਹੁਣ ਜਿਹਨੂੰ ਕਹਿੰਦੇ ਨਾ ਕਿ ਮੀਡੀਆ ਦੀ ਵੀ ਬਹੁਤ ਸਕਰੂਟਨੀ ਹੈ, ਹਰ ਕਿਸੇ ਦੀ ਬਹੁਤ ਜ਼ਿਆਦਾ ਸਕਰੂਟਨੀ ਹੈ ਕਿ ਤੁਸੀਂ ਕੀ ਕਿਹਾ ਔਰ ਕੀ ਕੀਤਾ। ਉਹ ਵਾਲਾ ਜਿਹਨੂੰ ਕਹਿੰਦੇ ਨਾ ਕਟਕਰਾ ਹੁਣ ਬਣ ਗਿਆ ਹੁਣ ਕਿ ਕਿਸ ਤਰੀਕੇ ਨਾਲ ਤੁਸੀਂ ਕਿਹੜੀ ਚੀਜ਼ਾਂ ਕਹੋਗੇ ਔਰ ਕਿਹੜੀ ਚੀਜ਼ਾਂ ਹੋਣਗੀਆਂ। 2-3 ਵੱਡੀਆਂ ਪ੍ਰਾਇੋਰਟੀਜ਼ ਮੇਰੀਆਂ ਹੈਗੀਆਂ। ਇੱਕ, ਐਜੂਕੇਸ਼ਨ ਸਿਸਟਮ ਨੂੰ ਚੇਂਜ ਕਰਨਾ। ਜਿਹੜਾ ਸਰਕਾਰੀ ਐਜੂਕੇਸ਼ਨ ਸਿਸਟਮ ਹੈ ਉਹ ਕੋਲੈਪਸ ਕਰ ਗਿਆ ਹੈ। ਆ 2 ਕਮਰਿਆਂ ਦੇ 3 ਕਮਰਿਆਂ ਦੇ ਸਕੂਲ ਪੰਜਾਬ ਕਹਿੰਦਾ ਸੀ ਨੰਬਰ 1 ਨਹੀਂ। ਆ ਜਿਹੜੇ ਜੇ ਤੁਸੀਂ ਓਵਰਆਲ ਦੇਖੋ ਸਰਕਾਰੀ ਸਕੂਲ ਸਿਸਟਮ, ਜੇ 3 ਕਮਰਿਆਂ ਦੇ ਸਕੂਲ ਬਣਾਏ ਹੈ, 2 ਟੀਚਰ ਹੈ। ਕਿ ਮੈਥਸ ਦਾ ਟੀਚਰ ਸਾਇੰਸ ਪੜ੍ਹਾ ਸਕਦਾ, ਕਿ ਸਾਇੰਸ ਦਾ ਟੀਚਰ ਹਿੰਦੀ ਪੜ੍ਹਾ ਸਕਦਾ? ਇੱਥੇ ਡਰਾਮਾ ਹੀ ਕੀਤਾ ਹੈ। ਮੇਰਾ ਹੀ ਵਿਜ਼ਨ ਹੈਗਾ ਕਿ ਮੈਂ ਹਰ 25,000 ਆਬਾਦੀ ਦੇ ਅੰਦਰ ਇੱਕ 5,000 ਬੱਚੇ ਦਾ ਮੈਗਾ ਸਰਕਾਰੀ ਸਕੂਲ ਬਣਾਉਣਾ ਹੈ। ਮੇਰਾ ਮਤਲਬ ਕਿ ਕੁਆਲਿਟੀ, ਜਿੱਥੇ ਹਰ ਕਿਸਮ ਦੀ ਲੈਬੋਰਟਰੀਜ਼, ਟੀਚਰਸ ਦੇ ਅਕੋਮੋਡੇਸ਼ਨ ਉੱਥੇ ਵਿੱਚ ਹੀ ਹੋਣਗੇ। ਇੱਕ ਮੈਗਾ ਸਕੂਲ, ਨਾਟ 2 ਕਮਰਿਆਂ ਦਾ ਸਕੂਲ, ਜਿੱਥੇ 5,000 ਬੱਚੇ ਵੀ ਜੇ 1-2 ਟੀਚਰ ਛੁੱਟੀ ਵੀ ਗਏ, ਉਹਨਾਂ ਦੀ ਦੇਰ ਇਜ਼ ਸੈਪਰੇਟ ਪਰਸਨ ਟੂ ਰਿਪਲੇਸ them। ਜੇ ਆਪਾਂ ਆਪਣੀ ਆਫੀਸ਼ੀਅਲੀ ਸਰਕਾਰੀ ਐਜੂਕੇਸ਼ਨ ਸਿਸਟਮ ਨੂੰ ਕੁਆਲਿਟੀ ਐਜੂਕੇਸ਼ਨ ਦਈਏ ਤਾਂ ਬਚਾਂਗੇ, ਕੁਆਂਟੀਟੀ ਐਜੂਕੇਸ਼ਨ ਨਾਲ ਨਹੀਂ ਬਚਾਂਗੇ। ਦੂਜੀ ਗੱਲ ਜਿਹੜਾ ਮੇਰਾ ਥਿੰਕਿੰਗ ਹੈ ਕਿ ਜਿਹੜੇ ਸਰਕਾਰੀ ਸਕੂਲ ਦੇ ਗਰੀਬ ਬੱਚੇ ਹੈ, ਆਈ ਵਾਂਟ ਟੂ ਗਿਵ them opportunity ਕਿ ਉਹ ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹ ਸਕਣ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਸਰਕਾਰੀ ਯੂਨੀਵਰਸਿਟੀਆਂ 'ਚ ਪੜ੍ਹ ਸਕਣ। ਅੱਜ ਨਹੀਂ ਪੜ੍ਹ ਸਕਦੇ ਕਿਉਂਕਿ ਇੱਕ ਤਾਂ ਨੰਬਰ ਘੱਟ ਹੈ, ਸੈਕੰਡ ਪੈਸਾ ਹੈ ਨਹੀਂ। ਆਈ ਐਮ ਗੋਇੰਗ ਟੂ ਬ੍ਰਿੰਗ ਆਊਟ ਅ ਲੈਜਿਸਲੇਸ਼ਨ ਜਿਹੜਾ ਸਾਰੀਆਂ ਜਿੰਨੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਆਫ ਪ੍ਰਾਈਵੇਟ ਔਰ ਸਰਕਾਰੀ ਕਾਲਜ ਤੇ ਯੂਨੀਵਰਸਿਟੀਆਂ ਹੈ, 30% 33% ਸੀਟਸ ਵਿਲ ਬੀ ਰਿਜ਼ਰਵਡ ਫॉर ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ।
ਐਂਡ ਜਿਹੜੀਆਂ ਉਹਨਾਂ ਦਾ ਸਾਰਾ ਖਰਚਾ ਫੀਸ ਮਾਈ ਗਵਰਨਮੈਂਟ ਵਿਲ ਟੇਕ ਕੇਅਰ ਆਫ। ਮੈਂ ਅਗਲੇ 5 ਸਾਲਾਂ 'ਚ ਮੈਂ ਗਰੀਬ ਬੱਚਾ, ਅੱਜ ਤੱਕ ਕੋਈ ਗਰੀਬ ਬੱਚਾ ਡਾਕਟਰ ਨਹੀਂ ਬਣ ਸਕਿਆ ਕਿਉਂਕਿ 20-30 ਲੱਖ ਦੀ ਫੀਸ ਹੁੰਦੀ ਹੈ। ਮੈਂ ਅਗਲੇ 5 ਸਾਲ 'ਚ ਇੱਕ ਗਰੀਬ ਬੱਚਾ ਡਾਕਟਰ ਬਣਾ ਕੇ ਦਿਖਾਊਂਗਾ। ਜੇ ਆਪਾਂ ਆਪਣੀ ਬੇਸ ਨੂੰ ਜਿਵੇਂ ਗਰੀਬ ਬੱਚੇ ਬਣਦੇ ਆ ਜੀ ਡਾਕਟਰ? ਨਹੀਂ, ਤੁਸੀਂ ਇੱਕ ਦੱਸ ਦਿਓ। ਬੰਦੇ ਆ ਜੀ, ਸਰਕਾਰੀ ਨਹੀਂ, ਸਕੂਲਾਂ ਤੋਂ ਬਹੁਤ ਗਰੀਬ ਬੱਚੇ ਬੰਦੇ ਆ ਡਾਕਟਰ। ਮੈਨੂੰ ਐਗਜ਼ਾਮਪਲ ਦੇ ਦਿਓ, ਕਿਉਂਕਿ ਫੀਸ ਹੀ ਅੱਜ ਇੰਨੀ ਜ਼ਿਆਦੀ ਹੈ, ਫੀਸ ਇੰਨੀ ਜ਼ਿਆਦੀ ਹੈ ਕਿ ਇੰਪੋਸੀਬਲ ਹੈ। 5 ਲੱਖ 10 ਲੱਖ ਦੀ ਫੀਸ ਹੈ ਐਂਡ ਜੇ ਦੂਜੇ 20 ਲੱਖ ਵੀ ਜਾਂਦੀ ਹੈ ਫੀਸ, ਦੇ ਕਾਂਟ ਅਫੋਰਡ। ਮੈਂ ਚਾਹੁੰਦਾ ਕਿ ਉਹਨਾਂ ਦੀ ਸਾਰੀ ਫੀਸ ਜਿਹੜੀ ਸਰਕਾਰੀ ਸਕੂਲ ਦੇ ਪੜ੍ਹੇ ਬੱਚੇ ਹੈ, ਜੇ ਆਪਾਂ ਆਪਣੀ ਨੀਂਹ ਘਰ ਦੀ ਨੀਂਹ ਮਜ਼ਬੂਤ ਕਰ ਲਾਂਗੇ, ਜੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਦਾਂਗੇ, ਮੈਂ ਕਹਿੰਦਾ ਸਭ ਤੋਂ ਵੱਡੀ ਦੇਣ ਹੈ। ਸੈਕੰਡ ਜਿਹੜਾ ਹੈਗਾ ਹੈਲਥ ਸਰਵਿਸਿਜ਼, ਮੈਡੀਕਲ ਸਰਵਿਸ, ਆ 2 ਪ੍ਰਾਇਰਟੀਆਂ ਮੇਰੀਆਂ। ਮੈਂ ਹਰ ਡਿਸਟ੍ਰਿਕਟ ਵਿੱਚ ਇੱਕ ਮੈਡੀਕਲ ਕਾਲਜ ਖੋਲੂੰਗਾ, ਹਰ ਡਿਸਟ੍ਰਿਕਟ ਵਿੱਚ। ਉਹਦੇ 2 ਫਾਇਦੇ ਹੈ, ਇੱਕ ਤਾਂ ਡਾਕਟਰ ਬਣਨ ਵਾਸਤੇ ਤੇ ਮੈਡੀਕਲ ਪ੍ਰੈਕਟੀਸ਼ਨਰ ਬਣਨ ਵਾਸਤੇ ਕਾਲਜ ਬਣ ਜਾਣਗੇ। ਦੂਜੇ ਵੱਡੀ ਗੱਲ ਹੈ, ਹਰ ਮੈਡੀਕਲ ਕਾਲਜ ਦੀ ਰਿਕੁਆਇਰਮੈਂਟ ਹੈ 500 ਬੈੱਡ ਦਾ ਹਸਪੀਟਲ, ਸਰਕਾਰੀ ਹਸਪੀਟਲ। ਆ ਜਿਹੜੇ ਅੱਜ ਸਰਕਾਰੀ ਹਸਪੀਟਲ ਕਿਉਂ ਕਲੈਪਸ ਕਰ ਗਏ? ਕਿਉਂਕਿ ਅੱਧੇ ਸਰਕਾਰੀ ਹਸਪਤਾਲਾਂ 'ਚ ਇਕਵਿਪਮੈਂਟ ਹੈ ਨਹੀਂ, ਉੱਥੇ ਨਰਸਿਸ ਹੈ ਨਹੀਂ, ਡਾਕਟਰ ਹੈ ਨਹੀਂ। ਤੇ ਜਦੋਂ ਮੈਡੀਕਲ ਕਾਲਜ ਖੁੱਲ ਜੂਗਾ ਉੱਥੇ ਡਾਕਟਰ ਹੋਣੇ ਪੈਣੇ ਹੈ, ਕਿਉਂਕਿ ਉਹ ਪ੍ਰੋਫੈਸਰ ਬੱਚੇ ਪੜ੍ਹਾਉਣੇ ਉਹਨਾਂ ਨੇ। ਉੱਥੇ ਹਰ ਕਿਸਮ ਦੀ ਇਕਵਿਪਮੈਂਟ ਰੱਖਣੀ ਪੈਣੀ ਹੈ, ਰਿਕੁਆਇਰਮੈਂਟ ਹੈ, ਕਿਉਂਕਿ ਹਰ ਸਾਲ ਚੈੱਕ ਹੁੰਦੇ ਹੈ। ਤੇ ਕਿਉਂਕਿ 500 ਬੈੱਡ ਦਾ ਹੈ, ਤੁਸੀਂ ਇੱਕ ਡਿਸਟ੍ਰਿਕਟ ਨੂੰ ਈਜ਼ੀਲੀ ਕਵਰ ਕਰ ਲੂਗਾ, ਕਿਉਂਕਿ ਉੱਥੇ ਡਾਕਟਰ ਵੀ ਵਧੀਆ, ਫੈਸਿਲਿਟੀ ਐਂਡ ਰੇਟ ਸਰਕਾਰੀ ਹੈ। ਸੋ ਆਹ 2 ਚੀਜ਼ਾਂ ਜੇ ਆਪਾਂ ਕਰ ਲਾਂਗੇ ਤੇ ਬਹੁਤ ਵੱਡਾ ਚੇਂਜ ਆਊਗਾ ਪੰਜਾਬ 'ਚ। ਹਲੇ ਬਾਕੀ ਗੱਲ ਇਨਫਰਾਸਟ੍ਰਕਚਰ ਤੇ ਬਹੁਤ ਜ਼ੋਰ ਮੈਂ ਪਹਿਲੇ ਵੀ ਲਾਇਆ, ਮੈਂ ਲਾਉਂਦਾ ਰਹਿਣਾ। ਤੇ ਜਿੱਥੇ ਕੋਈ ਲੋੜ ਹੈ, ਵੀ ਵਿਲ ਮੇਕ ਅ ਗੁੱਡ ਮਾਸਟਰ ਪਲਾਨ। ਐਂਡ ਮੈਂ ਹਰ ਸਾਲ ਦਾ ਮੈਂ ਆਪਣਾ ਟਾਰਗੇਟ ਦਊਂਗਾ ਤੇ ਹਰ ਸਾਲ ਬਾਅਦ ਅਸੀਂ ਮਹੀਨੇ ਦਾ ਰਿਵਿਊ ਕਰਕੇ ਪ੍ਰੋਗਰੈਸ ਦੇਵਾਂਗੇ। ਜਿਵੇਂ 10 ਸਾਲ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਤੁਸੀਂ ਆਪਣੀ ਲਾਈਫ ਵਿੱਚ ਚੇਂਜ ਦੇਖੀ। ਅੱਜ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੀ ਜਨਤਾ ਨੂੰ, ਜਦੋਂ ਅੱਜ ਤੁਸੀਂ ਚੰਡੀਗੜ੍ਹੋਂ ਲੁਧਿਆਣੇ ਜਾਂਦੇ ਹੋ, ਤੁਹਾਨੂੰ ਆਪਣੀ ਫਰਕ ਲੱਗਦਾ ਹੈ? ਜਦੋਂ ਤੁਸੀਂ ਸੜਕਾਂ ਤੇ ਅੰਮ੍ਰਿਤਸਰ ਜਾਂਦੇ ਹੋ, ਕੀ ਤੁਹਾਨੂੰ ਚੰਗਾ ਲੱਗਦਾ ਕਿ ਕਿਹੋ ਜਿਹੀਆਂ ਸੜਕਾਂ ਬਣ ਗਈਆਂ? ਜਦੋਂ ਘਰੇ ਪਹਿਲੇ ਜਨਰੇਟਰ ਰੱਖੇ ਸੀ, ਅਸੀਂ ਜਨਰੇਟਰ ਖਤਮ ਕਰਤੇ, ਪਾਵਰ ਸਪਲਾਈ, ਅਸੀਂ ਡਿਫਰੈਂਸ ਲਿਆਂਦਾ ਜਨਤਾ ਦੀ ਲਾਈਫ ਵਿੱਚ। ਗਰੀਬ ਤੋਂ ਲੈ ਕੇ ਅਮੀਰ ਤੱਕ ਅਸੀਂ ਉਹਨਾਂ ਦੀ ਲਾਈਫ 'ਚ ਡਿਫਰੈਂਸ ਲਿਆਉਂਦਾ ਹੈ। ਆਹੀ ਮੁੱਖ ਮੰਤਰੀ ਦਾ ਕੰਮ, ਆਹੀ ਸਰਕਾਰ ਦਾ ਕੰਮ ਹੈ। ਆ 5 ਸਾਲ ਮੰਗੂ ਅਸੀਂ ਕੋਈ, ਆਹ ਦੇਖੋ ਸਰਕਾਰ ਨੇ ਇੱਕ ਚੀਜ਼ ਦਾ ਡਿਫਰੈਂਸ ਲਿਆਏ ਆ ਪੰਜਾਬ ਦੀ ਜਨਤਾ ਦੇ ਜੀਵਨ ਵਿੱਚ। ਇੱਕ ਦੂਜੇ ਨਾਲ ਲੜਦੇ ਹੀ ਰਹੇ, ਕੱਲਾ ਬੇਅਦਬੀ ਤੇ ਡਰੱਗ ਮਾਫਲੇ ਨੂੰ ਪੋਲਿਟਿਕਸ 'ਚ ਜੋੜ ਕੇ ਇਹਨਾਂ ਨੇ 5 ਸਾਲ ਬਰਬਾਦ ਕਰਤੇ ਪੰਜਾਬ ਦੀ ਜਨਤਾ ਦੇ। ਸੁਖਬੀਰ ਜੀ, ਨਿਊਜ਼ 18 ਤੇ ਤੁਹਾਡੇ ਵਾਅਦੇ ਯਾਦ ਵੀ ਰੱਖਾਂਗੇ, ਯਾਦ ਵੀ ਕਰਾਂਦੇ ਰਹਾਂਗੇ। ਔਰ ਨਿਊਜ਼ 18 ਪੰਜਾਬ ਦੇ ਨਾਲ ਇਸ ਇੰਟਰਵਿਊ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ ਜੀ।